ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਗੱਲ ਹੋਂਦ ਦੀ ਹੈ, ਹੋਂਦ ਤੇ ਰੁਕੇਗੀ ਤੇ ਹੋਂਦ ਤੋਂ ਹੀ ਸ਼ੁਰੂ ਹੋਵੇਗੀ। ਕਿੱਥੇ ਖੜੀ ਹੈ ਸਾਡੀ ਹੋਂਦ, ਇਹਦੇ ਉੱਤੇ ਬੋਲਣਾ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈ ਕਿ ਅਸੀਂ ਕਿਸੇ ਦੀ ਵੀਡੀਓ ਦੇਖ ਕੇ ਜਾਂ ਮੂਕ ਦਰਸ਼ਕ ਬਣ ਕੇ ਰਹਿ ਜਾਈਏ। ਤੁਸੀਂ ਸਾਡੇ ਵੱਲੋਂ ਸਾਂਝੀ ਕੀਤੀ ਹੋਈ ਭਾਈ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਦੇ ਉੱਤੇ ਬਹੁਤ ਸਾਰੇ ਕਮੈਂਟਸ ਕੀਤੇ, ਉਹਨੂੰ ਸ਼ੇਅਰ ਵੀ ਕੀਤਾ, ਤੁਸੀਂ ਆਪਦੇ ਵਿਊਜ਼ ਰੱਖੇ, ਤਾਂ ਉਸਨੇ ਸਾਨੂੰ ਹੌਸਲਾ ਦਿੱਤਾ ਵੀ ਹਾਂ ਇਹ ਜਿਹੜੀ ਗੱਲ ਅਸੀਂ ਤੋਰੀ ਹੈ ਇਹਨੂੰ ਤੋੜਨ ਦਾ ਕੋਈ ਨਾ ਕੋਈ ਮਤਲਬ ਤੇ ਹੈ। ਇਹਦੇ ਉੱਪਰ ਹਰ ਕੋਈ ਆਪਦੇ ਤਰੀਕੇ ਦੇ ਵਿਚਾਰ ਹੈ ਜਿਹੜੇ ਸਾਂਝੇ ਕਰਨਾ ਚਾਹੁੰਦਾ ਹੈਗਾ। ਤੁਹਾਡੇ ਵਿਚਾਰਾਂ ਦੇ ਨਾਲ ਤੁਹਾਡੇ ਕੀ ਕਹਿੰਦੇ ਨੇ, ਤੁਹਾਡੇ ਖਿਆਲਾਤ ਉਹ ਜਾਣਨੇ ਬਹੁਤ ਜ਼ਰੂਰੀ ਹੁੰਦੇ ਨੇ। ਪਰ ਉਸ ਤੋਂ ਬਾਅਦ ਚੱਲਦੇ ਆਂ ਵੀ ਜੰਮੂ ਦਾ ਨੌਜਵਾਨ ਕੀ ਸੋਚਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸੋਚ ਚੱਲ ਰਹੀ ਹੈ, ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਬਿਆਨ ਆ ਰਹੇ ਨੇ, ਜਿਵੇਂ ਹੁਣ ਕੁਰਸੀਆਂ ਸੈਟੀਆਂ ਨੂੰ ਲੈ ਕੇ ਬਿਆਨ ਆਏ ਨੇ ਗੁਰੂ ਘਰਾਂ ਦੇ ਵਿੱਚ, ਉਸਦੇ ਉੱਪਰ ਨੌਜਵਾਨਾਂ ਦਾ ਕੀ ਕਹਿਣਾ, ਕਿਉਂਕਿ ਨੌਜਵਾਨਾਂ ਦੀ ਸੋਚ ਜਾਣਨਾ ਬਹੁਤ ਜ਼ਰੂਰੀ ਹੈ। ਸਾਡੇ ਨਾਲ ਵੀਰ ਜੀ ਹੁਣ ਇਹਨੇ ਇਹ ਆਪਣਾ ਜਿਹੜਾ ਗੁਰਜੀਤ ਸਿੰਘ ਜੀ ਨੇ ਔਰ ਉਹਨਾਂ ਦੇ ਨਾਲ ਵੀਰ ਹਰਦੀਪ ਸਿੰਘ ਜੀ ਨੇ ਯੂਥ ਹੈ, ਯੂਥ ਕੀ ਸੋਚਦਾ ਭਾਈ ਅੰਮ੍ਰਿਤਪਾਲ ਦੀ ਸੋਚ ਦੇ ਬਾਰੇ ਵਿੱਚ, ਜੰਮੂ ਦਾ ਯੂਥ। ਵੀਰ ਜੀ ਕੱਲ ਤੋਂ ਇੱਕ ਜਿਹੜੀ ਆਪਾਂ ਵੀਡੀਓ ਸਾਂਝੀ ਕੀਤੀ ਸੀ, ਉਸ ਵੀਡੀਓ ਦੇ ਉੱਤੇ ਬਹੁਤ ਸਾਰੇ ਮੈਸੇजेस ਆਏ। ਕਈ ਇਸ ਗੱਲ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵੀ ਹਾਂ ਵਧੀਆ ਕੀਤਾ ਵੀ ਜਿਹੜੇ ਤੁਸੀਂ ਕੁਰਸੀਆਂ ਜਿਹੜੀਆਂ ਸੈਟੀਆਂ ਵਗੈਰਾ ਗੁਰੂ ਘਰਾਂ ਦੇ ਵਿੱਚੋਂ ਬਾਹਰ ਰੱਖਣ ਦੀ ਜਿਹੜੀ ਗੱਲ ਕਹੀ ਹੈ। ਕਈਆਂ ਨੇ ਇਹ ਵੀ ਕਿਹਾ ਵੀ ਨਹੀਂ ਇਹਦੇ ਨਾਲ ਬਜ਼ੁਰਗ ਆ ਜਿਹੜਾ ਆਉਣਾ ਘਟ ਜਾਣਗੇ ਗੁਰੂ ਘਰਾਂ ਦੇ ਵਿੱਚ। ਫਿਰ ਇਹ ਵੀ ਕਮੇਟੀਆਂ ਤੇ ਇਹ ਵੀ ਸਵਾਲ ਆਉਂਦਾ ਹੈ ਵੀ ਇੱਕ ਮੈਨੇਜਮੈਂਟ ਹੋਣੀ ਚਾਹੀਦੀ ਹੈ ਵੀ ਜੇਕਰ ਤੁਸੀਂ ਕੁਰਸੀਆਂ ਸੈਟੀਆਂ ਸੋਫੇ ਲਾਉਣੀਆਂ ਤਾਂ ਉਹਨੂੰ ਲਾਉਣ ਦਾ ਢੰਗ ਤਰੀਕਾ ਕੀ ਹੋਣਾ ਚਾਹੀਦਾ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕਿ ਭਾਈ ਅੰਮ੍ਰਿਤਪਾਲ ਵੱਲੋਂ ਕੀਤਾ ਗਿਆ, ਕਿਉਂਕਿ ਇਹ ਸਾਡੇ ਦਿਲਾਂ ਦੇ ਵਿੱਚ ਬੜੀ ਦੇਰ ਤੋਂ ਇਹ ਚੀਜ਼ਾਂ ਸਨ ਕਿ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਬਰਾਬਰ ਦੇ ਵਿੱਚ ਉਹਨਾਂ ਨੇ ਛਾਟੀਆਂ ਕੁਰਸੀਆਂ ਲਗਾ ਕੇ ਬਜ਼ੁਰਗਾਂ ਲਈ, ਉਹ ਤੇ ਚੱਲੀ ਆ ਕਿ ਸਾਰਿਆਂ ਨੇ ਕਿਹਾ ਸੀ ਕਿ ਅਸੀਂ ਬਜ਼ੁਰਗਾਂ ਲਈ ਲਗਾਈ ਆ, ਬਟ ਮੇਰੇ ਹਿਸਾਬ ਨਾਲ ਜੋ ਸਾਡੀ ਸੋਚ ਆ, ਜੋ ਅਸੀਂ ਅੱਜ ਤੱਕ ਆਪਣੇ ਬਜ਼ੁਰਗਾਂ ਨੂੰ ਦੇਖਿਆ, ਸਾਡੇ ਉਹ ਬਜ਼ੁਰਗ ਜਿਹੜੇ ਕਈ ਜ਼ਿਆਦਾ ਬਿਮਾਰੀਆਂ ਦਰਦਾਂ ਪੇਨਾਂ ਨਾਲ ਵੀ ਜੂਝਦੇ ਹਨ, ਉਸਦੇ ਬਾਵਜੂਦ ਵੀ ਉਹ ਗੁਰੂ ਘਰ ਦੇ ਵਿੱਚ ਜਾ ਕੇ ਥੱਲਾ ਬਹਿਣਾ ਨੂੰ ਹੀ ਪਸੰਦ ਕਰਦੇ ਪਏ, ਸਤਿਕਾਰ ਕਰਦੇ ਸਨ, ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਸੀ। ਕਿਉਂਕਿ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸ਼ਾਇਦ ਇਸ ਚੀਜ਼ ਨੂੰ ਬੜੀ ਜਲਦੀ ਐਕਸੈਪਟ ਕਰ ਸਕਦੀ ਹੈ ਕਿ ਚਲੋ ਸੈਟੀ ਲੱਗੀ ਹੈ ਤੇ ਮੈਨੂੰ ਲੱਤ ਦਰਦ ਆ ਤੇ ਮੈਂ ਉੱਪਰ ਬਹਿ ਸਕਦਾ। ਬਟ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ, ਕਿਉਂਕਿ ਅਸੀਂ ਵੀ ਦੇਖਿਆ ਕਿ ਸਾਡੇ ਪੁਰਾਣੇ ਬਜ਼ੁਰਗਾਂ ਨੇ ਗੁਰੂ ਘਰਾਂ ਦੇ ਨਾਲ ਜਿਹੜੀ ਆਪਣੀ ਰਹਿਤ ਮਰਿਆਦਾ ਉਹ ਪੂਰੀ ਕਾਇਮ ਰੱਖੀ, ਉਸ ਰਹਿਤ ਮਰਿਆਦਾ ਨੂੰ ਕਿਸੇ ਵੀ ਜਗ੍ਹਾ ਤੇ ਠੇਸ ਨਹੀਂ ਆਉਣ ਦਿੱਤੀ। ਤੇ ਉਹ ਚੀਜ਼ ਅਸੀਂ ਦੇਖਦੇ ਹਾਂ ਕਿ ਅੱਜ ਵੀ ਮੈਂ ਕਈ ਜਗ੍ਹਾ ਦੇਖਦਾ ਕਿ ਆਸੇ ਬਜ਼ੁਰਗ ਹਨ ਛਾਤੀ ਲੱਗਣ ਦੇ ਬਾਵਜੂਦ ਜਿਹੜੇ ਸ਼ਾਇਦ ਮੱਥਾ ਟੇਕਣ ਲਈ ਵੀ ਉਹਨਾਂ ਨੂੰ ਇੱਕ ਸਪੋਰਟ ਦੀ ਜ਼ਰੂਰਤ ਹੁੰਦੀ ਆ, ਬਟ ਉਹ ਉਸ ਤੋਂ ਬਾਵਜੂਦ ਵੀ ਛਾਤੀਆਂ ਤੇ ਨਹੀਂ ਬਹਿ ਸਕਦੇ। ਤੇ ਮੈਨੂੰ ਇਹ ਲੱਗਦਾ ਕਿ ਸਾਰਿਆਂ ਨੂੰ ਉਹਨਾਂ ਕੋਲੋਂ ਇੰਸਪਾਇਰ ਹੋਣਾ ਚਾਹੀਦਾ, ਗੁਰੂ ਘਰ ਦੇ ਵਿੱਚ ਛਾਤੀਆਂ ਨੂੰ ਆਪਣੇ ਆਪ ਹੀ ਬਾਹਰ ਕੱਢ ਦੇਣਾ ਚਾਹੀਦਾ, ਕਿਉਂਕਿ ਛਾਤੀਆਂ ਤੇ ਬਹਿਣ ਦਾ ਮਤਲਬ ਹੋ ਸਕਦਾ ਹੈ ਕਿ ਤੁਸੀਂ ਗੁਰੂ ਨੂੰ ਕਿਸੇ ਨਾ ਕਿਸੇ ਜਗ੍ਹਾ ਨੀਵਾਂ ਪਾ ਰਹੇ ਹੋ। ਤੇ ਸਾਨੂੰ ਆਪਣਾ ਸਤਿਕਾਰ ਸਭ ਤੋਂ ਪਹਿਲੇ, ਹਾਂ ਜਿਹੜੇ ਬਜ਼ੁਰਗ ਤੁਸੀਂ ਕਹਿ ਸਕਦੇ ਹੋ ਕਿ ਆਪਰੇਟ ਹੋਏ ਦਾ ਕਿਸੇ ਦਾ, ਜਿਨ੍ਹਾਂ ਨੇ ਮਤਲਬ ਕਿ ਕਈਆਂ ਨੇ ਅੱਜ ਕੱਲ ਇੱਕ ਸਵਾਲ ਉੱਠਿਆ ਸੀ ਕਿ ਬਈ ਮੇਰੀ ਮਦਰ ਦੇ ਜੁਆਇੰਟ ਰਿਪਲੇਸ ਹੋਏ ਦੇ ਤੇ ਉਹ ਚੋਕੜੀ ਮਾਰ ਕੇ ਨਹੀਂ ਬਹਿ ਸਕਦੇ, ਤੇ ਸਾਡਾ ਉਹਨਾਂ ਵੀਰਾਂ ਨੂੰ ਇਹ ਹੈ ਕਿ ਅਸੀਂ ਨਹੀਂ ਤੁਹਾਨੂੰ ਕਹਿੰਦੇ ਕਿ ਸਾਡੇ ਬਜ਼ੁਰਗ ਮਤਲਬ ਕਿ ਸਾਡੇ ਸਿਰ ਤੇ ਬਣੇ ਰਹਿਣ, ਉਹਨਾਂ ਦੀ ਸਿਹਤ ਤੰਦਰੁਸਤੀ ਬਰਕਰਾਰ ਰਹੇ, ਬਟ ਜਿਹੜੇ ਬਜ਼ੁਰਗ ਇਸ ਕੰਡੀਸ਼ਨ ਦੇ ਵਿੱਚ ਹਨ ਤੇ ਅਸੀਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਇੱਕ ਮੈਸੇਜ ਦਿਆਂਗੇ ਕਿ ਗੁਰੂ ਘਰ ਦੇ ਅੰਦਰ ਨਾ ਲਗਾਈ ਜਾਣ। ਗੁਰੂ ਘਰ ਦੇ ਜਿਹੜੇ ਮੇਨ ਡੋਰ ਹਨ ਉਸਦੇ ਬਾਹਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਹਰ ਜਗ੍ਹਾ ਸ਼ੈੱਡ ਲੱਗੇ ਹੋਏ ਨੇ, ਇੱਕ ਛੋਟੀ ਜਿਹੀ ਸਕਰੀਨ ਬਾਹਰ ਲਗਾ ਦਿੱਤੀ ਜਾਏ ਤੇ ਬਾਹਰ ਛਟੀਆਂ ਦਾ ਪ੍ਰਬੰਧ ਕੀਤਾ ਜਾਏ। ਜਿਹੜੇ ਬਜ਼ੁਰਗ ਸੀੜੀਆਂ ਚੜ੍ਹ ਕੇ ਅਗਰ ਅੰਦਰ ਮੱਥਾ ਟੇਕ ਸਕਦੇ ਨੇ, ਉਸਦੇ ਬਾਅਦ ਜਾ ਕੇ ਛਟੀਆਂ ਤੇ ਬਹਿ ਸਕਦੇ ਨੇ। ਤੇ ਮੇਰੇ ਹਿਸਾਬ ਨਾਲ ਜੇ ਅਗਰ ਉਹ ਇੰਨਾ ਚੱਲ ਕੇ ਉੱਥੇ ਤੱਕ ਆ ਸਕਦੇ ਨੇ ਤੇ ਫਿਰ ਉਹ ਉਹਨਾਂ ਥੱਲੇ ਬਹਿ ਵੀ ਸਕਦੇ ਨੇ। ਜ਼ਰੂਰੀ ਹੈ ਕਿ ਜਿਹੜੇ ਬੰਦਿਆਂ ਦੇ ਜੁਆਇੰਟ ਰਿਪਲੇਸ ਹੋਏ ਨੇ, ਜਿਹੜੇ ਨਹੀਂ ਲੈਗ ਫੋਲਡ ਕਰ ਸਕਦੇ, ਉਹਨਾਂ ਲਈ ਛਟੀਆਂ ਜਿਹੜੀਆਂ ਮੇਨ ਡੋਰ ਤੋਂ ਥੋੜੇ ਜਿਹਾ ਬਾਹਰ ਪ੍ਰਬੰਧ ਕਰ ਦਿੱਤਾ ਜਾਏ, ਜਿਹਦੇ ਨਾਲ ਸਾਰੀ ਰਹਿਤ ਮਰਿਆਦਾ ਵੀ ਕਾਇਮ ਰਹੇ, ਗੁਰੂ ਦਾ ਸਤਿਕਾਰ ਵੀ ਪੂਰਾ ਰਹੇ ਔਰ ਬਜ਼ੁਰਗਾਂ ਦਾ ਵੀ ਮਾਨ ਸਨਮਾਨ ਬਣਾ ਰਹੇ। ਜੀ ਵੀਰੇ, ਮੈਨੂੰ ਨਾ ਅੱਜ ਸਵੇਰੇ ਇੱਕ ਕਾਲ ਆਉਂਦੀ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ। ਉਹਨਾਂ ਨੇ ਕਿਹਾ ਕਿ ਹਾਂ ਜਿਹੜਾ ਅੰਮ੍ਰਿਤਪਾਲ ਸਿੰਘ ਨੇ ਇਹ ਉਪਰਾਲਾ ਕੀਤਾ ਇਹ ਵਧੀਆ ਉਪਰਾਲਾ ਹੈਗਾ। ਫਿਰ ਉਹਨਾਂ ਨੇ ਕਿਹਾ ਕਿ ਮੇਰੇ ਗੁਰੂ ਘਰ ਦੀ ਕਮੇਟੀ ਦਾ ਇਹ ਕਹਿਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਨਾ ਪਹਿਲਾਂ ਇੱਕ ਚੰਗੇ ਰਾਹ ਦੇ ਉੱਤੇ ਅਸੀਂ ਉਹਨੂੰ ਸਪੋਰਟ ਕਰ ਰਹੇ ਸੀ, ਉਹ ਚੰਗੇ ਰਾਹ ਦੇ ਉੱਤੇ ਨੌਜਵਾਨਾਂ ਨੂੰ ਤੋਰਿਆ, ਲੇਕਿਨ ਜਿਹੜਾ ਸੈਟੀਆਂ ਤੇ ਇਹ ਕੁਰਸੀਆਂ ਬਾਹਰ ਕੱਢਣ ਦਾ ਜਿਹੜਾ ਉਹਦਾ ਫੈਸਲਾ ਆਇਆ ਨਾ, ਉਹਨਾਂ ਨੇ ਉਹਦਾ ਟਰੈਕ ਚੇਂਜ ਕਰਤਾ, ਇਹਦੇ ਨਾਲ ਪ੍ਰਭਾਵ ਘਟ ਗਿਆ। ਗੱਲ ਇਸ ਤਰ੍ਹਾਂ ਰਮਨ ਜੀ ਕਿ ਜਿਸਲੇ ਪ੍ਰਬੰਧਕਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਨਾ,
ਤੇ ਉਹ ਬੜੇ ਜ਼ੋਰ ਸ਼ੋਰ ਨਾਲ ਉਹਦੀ ਸਪੋਰਟ ਕਰਦੇ ਨੇ। ਅੰਮ੍ਰਿਤ ਛਕਾਉਣਾ ਜਿਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੀ ਲਹਿਰ ਸ਼ੁਰੂ ਕੀਤੀ ਹੈ ਕਿ ਜਿਹੜੇ ਨਸ਼ੇ ਵੀ ਸਾਡੇ ਨੌਜਵਾਨ ਹਨ ਉਹ ਅੰਮ੍ਰਿਤ ਛਕਣ, ਇਸ ਦੇ ਵਿੱਚ ਕਿਸੇ ਵੀ ਪ੍ਰਬੰਧਕ ਨੂੰ ਕੋਈ ਤਕਲੀਫ ਨਹੀਂ ਸੀ, ਕਿਉਂਕਿ ਪ੍ਰਬੰਧਕਾਂ ਨੂੰ ਇਸ ਦੇ ਨਾਲ ਕੋਈ ਤਕਲੀਫ ਨਹੀਂ ਹੋ ਰਹੀ ਸੀ, ਉਹਨਾਂ ਤੇ ਕੋਈ ਗੱਲ ਨਹੀਂ ਆ ਰਹੀ ਸੀ। ਹੁਣ ਜਿਲੇ ਉਹਨਾਂ ਨੇ ਪ੍ਰਬੰਧਕਾਂ ਦੇ ਤੌਰ ਤੇ ਜਿਹੜੀ ਪ੍ਰਬੰਧਕਾਂ ਨੇ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨਮਤ ਜਿਹੜੀ ਉਹਨਾਂ ਨੇ ਸਟਾਰਟ ਕੀਤੀ ਹੋਈ ਆ ਜਾਂ ਦਿਖਾਵੇ ਜਿਹੜੇ ਸਟਾਰਟ ਕੀਤੇ ਹੋਏ ਨੇ, ਕਈ ਜਗ੍ਹਾ ਤੁਸੀਂ ਦੇਖੋਗੇ ਜੀ ਸਟੈਂਡਿੰਗ ਲੰਗਰਾਂ ਦਾ ਵੀ ਅੱਜ ਕੱਲ ਟ੍ਰੈਂਡ ਚੱਲ ਗਿਆ। ਬਿਲਕੁਲ ਸਟੈਂਡਿੰਗ ਲੰਗਰਾਂ ਦਾ ਟ੍ਰੈਂਡ ਚੱਲ ਗਿਆ, ਦਿੱਲੀ ਤੋਂ ਚੱਲਿਆ ਪੰਜਾਬ ਤੱਕ ਪੁੱਜਿਆ, ਪੰਜਾਬ ਤੋਂ ਚੱਲਿਆ ਤੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਪੁੱਜ ਚੁੱਕਾ। ਅਸੀਂ ਇਹ ਚੀਜ਼ ਚਾਹੁੰਦੇ ਹਾਂ, ਉਹਨਾਂ ਨੇ ਜਿਸਲੇ ਇਹ ਗੱਲ ਕਹੀ ਹੈ ਕਿ ਬਈ ਛੱਟੀਆਂ ਟੇਬਲ ਚੁੱਕੇ ਜਾਣ ਤੇ ਠੀਕ ਹੈ, ਅਸੀਂ ਨਹੀਂ ਕਹਿੰਦੇ ਕਿ ਪੰਜੋਂ ਉਂਗਲਾਂ ਬਰਾਬਰ ਹੁੰਦੀਆਂ ਨੇ, ਕਈਆਂ ਨੂੰ ਇਸ ਚੀਜ਼ ਦਾ ਇਤਰਾਜ਼ ਹੈ ਤੇ ਜਿਨ੍ਹਾਂ ਨੂੰ ਇਤਰਾਜ਼ ਹੋਏਗਾ ਤੇ ਉਹ ਤੁਸੀਂ ਦੇਖੋਗੇ ਕਿ ਜ਼ਰੂਰ ਉਹਨਾਂ ਨੂੰ ਨਕਾਰਨਗੇ ਇਸ ਚੀਜ਼ ਉੱਪਰ ਕਿ ਯਾਰ ਇਹਨਾਂ ਨੇ ਕੰਟਰੋਵਰਸ਼ੀਅਲ ਬਿਆਨ ਦਿੱਤਾ, ਇਸ ਦੀ ਵਜ੍ਹਾ ਨਾਲ ਸੰਗਤ ਘਟ ਜਾਏਗੀ ਜਾਂ ਗੋਲਕ ਉਹਨਾਂ ਦੀ ਘਟ ਜਾਏਗੀ। ਇਦਾਂ ਨਹੀਂ ਹੋ ਸਕਦਾ ਕਿ ਜਿਹੜਾ ਇਹ ਐਕਸ਼ਨ ਆ, ਜੇ ਆਪਾਂ ਸੰਗਤ ਨੂੰ ਸਮਝਾ ਕੇ ਇੱਕ ਤਰੀਕੇ ਦੇ ਨਾਲ ਉਸ ਚੀਜ਼ ਦਾ ਹੱਲ ਕੱਢ ਕੇ ਉਹ ਐਕਸ਼ਨ ਨੂੰ ਦਗਾਹ ਤੋਰਿਆ ਜਾਵੇ। ਰਮਨ ਜੀ ਤੁਸੀਂ ਇਸ ਤਰ੍ਹਾਂ ਦੇਖੋਗੇ, ਤੁਸੀਂ ਜਿੱਲੇ ਕੋਈ ਇੰਟਰਵਿਊ ਕਰਦੇ ਹੋ, ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵੀਡੀਓ ਜਿਹੜੀ ਸ਼ੇਅਰ ਕੀਤੀ ਹੈ, ਜਿਹੜੀ ਉਹਨਾਂ ਨੇ ਖੁਦ ਦੇ ਬਿਆਨ ਦਿੱਤੇ, ਤੁਸੀਂ ਉਹਦੇ ਵਿੱਚ ਕਮੈਂਟਸ ਪੜੋ, 90% ਕਮੈਂਟਸ ਉਹਨਾਂ ਦੇ ਫੇਵਰ ਦੇ ਵਿੱਚ, 10% ਉਹ ਲੋਕ ਹਨ ਜਿਨ੍ਹਾਂ ਨੇ ਇਹ ਚੀਜ਼ਾਂ ਸ਼ੁਰੂਆਤ ਕੀਤੀ ਹੋਈਆਂ, ਜਿਨ੍ਹਾਂ ਨੇ ਛੱਟੀਆਂ ਟੇਬਲ ਆਪੇ ਹੀ ਆਪਣੀ ਪਰਸਨਲੀ ਆਪਣਾ ਮਤਲਬ ਲਈ ਅੱਗੇ ਬਣਾਈਆਂ ਸਨ ਤੇ ਅੱਜ ਉਹਨਾਂ ਦਾ ਟ੍ਰੈਂਡ ਚਲਾ ਦਿੱਤਾ। ਅਗਰ ਤੁਸੀਂ ਕਹੋਗੇ ਸੰਗਤ ਨੂੰ ਸਮਝਾਇਆ ਜਾ, ਸੰਗਤ ਬਹੁਤ ਜ਼ਿਆਦਾ ਸਮਝਦਾਰ ਹੈ, ਸੰਗਤ ਬਹੁਤ ਜ਼ਿਆਦਾ ਸੁਚੇਤਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਹਰ ਇੱਕ ਬੰਦਾ ਇਸ ਬਿਆਨ ਨੂੰ ਐਪਰੀਸ਼ੀਏਟ ਕਰ ਰਿਹਾ ਹੈ, ਖਾਸ ਕਰਕੇ ਨੌਜਵਾਨ ਜ਼ਿਆਦਾ ਐਪਰੀਸ਼ੀਏਟ ਕਰ ਰਹੇ। ਉਸਦੇ ਨਾਲ ਬਜ਼ੁਰਗਾਂ ਦਾ ਵੀ ਸਾਥ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਿਆਂ ਨੂੰ ਹੀ ਇਹ ਗੱਲ ਚੰਗੀ ਲੱਗੇ, ਤੇ ਉਹ ਤਾਂ ਕਦੇ ਹੋ ਨਹੀਂ ਸਕਦਾ। ਤੇ ਭਾਈ ਅਮਰਿਤਪਾਲ ਸਿੰਘ ਜੀ ਦੇ ਕੁਝ ਫੈਸਲੇ, ਕੁਝ ਬਿਆਨ ਐਸੇ ਹੁੰਦੇ ਨੇ ਜਿਹੜਾ ਯੂਥ ਨੂੰ ਸਪੋਰਟ ਉਹਨਾਂ ਨੂੰ ਕਰਨੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਇਹ ਬਹੁਤ ਹੀ ਵੱਡਾ ਉਹਨਾਂ ਨੇ ਉਪਰਾਲਾ ਕੀਤਾ ਜਿਹੜਾ ਕਿ ਅਸੀਂ ਕਰਨਾ ਚਾਹੁੰਦੇ ਸਾਂ, ਔਰ ਅਸੀਂ ਇਹ ਗੱਲ ਕੀਤੀ ਵੀ ਸੀ ਅੱਜ ਤੋਂ 3 ਸਾਲ ਪਹਿਲੇ। ਸਾਡੇ ਸਤਿਕਾਰਯੋਗ PS ਵਜ਼ੀਰ ਸਾਹਿਬ ਵੀ ਕਮੇਟੀ ਦੇ ਚੇਅਰਮੈਨ ਸਨ, ਤੇ ਸਾਡੀ ਉਹਨਾਂ ਨਾਲ ਵੀ ਇੱਕ ਵਾਰ ਇਸ ਮੁੱਦੇ ਉੱਪਰ ਬਹਿਸ ਹੋ ਗਈ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਯਾਰ ਸਾਰਿਆਂ ਦੀ ਕਈਆਂ ਦੀ ਲੱਤਾਂ ਮੁੱਕੀ ਦੀਆਂ ਤੇ ਤੁਸੀਂ ਉਹਨਾਂ ਨੂੰ ਮੈਂ ਗੁਰਦੁਆਰੇ ਆਉਣ ਤੋਂ ਮਨਾ ਕਰ ਦਿਓਗੇ। ਤੇ ਮੇਰਾ ਉਹਦੇ ਵੀਰ ਜੀ ਨਾਲ ਇੱਕ ਆਪਸੀ ਵਾਰਤਾਲਾਪ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਵੀਰ ਜੀ ਦਸਾਂ ਦੀਆਂ ਲੱਤਾਂ ਖਰਾਬ ਹਨ, ਤੁਸੀਂ ਤੇ 50 ਨੂੰ ਹੋਰ ਕਰਨ ਨੂੰ ਫਿਰਦੇ ਪਿਓ। ਅਗਰ ਇੱਕ ਗੁਰੂ ਘਰ ਦੇ ਵਿੱਚ ਅਗਰ 200 ਬੰਦੇ ਦੀ ਗੈਦਰਿੰਗ ਹੈ, ਉਹਦੇ ਚੋਂ 5-4 ਹੋ ਸਕਦੇ ਨੇ ਕਿ ਜਿਨ੍ਹਾਂ ਨੂੰ ਛਾਤੀ ਜਾਂ ਚੇਅਰ ਦੀ ਜ਼ਰੂਰਤ ਹੋ ਸਕਦੀ, ਉਹ ਅਸੀਂ ਬਾਹਰ ਵੀ ਲਗਾ ਸਕਦੇ ਹਾਂ। ਬਟ ਤੁਸੀਂ 20 ਬੰਦਿਆਂ ਦੀ 30 ਬੰਦਿਆਂ ਦੀ ਅੰਦਰ ਚੇਅਰ ਲਗਾ ਦਿੱਤੀਆਂ ਤੇ ਕੋਸ਼ਿਸ਼ ਕਰੋ ਸਾਰੇ 30 ਨੂੰ ਕੋਸ਼ਿਸ਼ ਹੋਏਗੀ ਕਿ ਅਸੀਂ ਬਹਿ ਜਾਈਏ। ਤੇ ਮੈਂ ਵੀਰ ਜੀ ਮੈਂ ਉਸਲੇ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ, ਸ਼ਾਇਦ ਉਸ ਤੋਂ ਬਾਅਦ ਉਹ ਕਮੇਟੀ ਫਿਰ ਟਾਈਮ ਪੂਰਾ ਹੋ ਗਿਆ, ਉਸ ਤੋਂ ਬਾਅਦ ਉਹ ਫਿਰ ਦੁਬਾਰਾ ਅੱਗੇ ਨਹੀਂ ਹੋ ਚੱਲ ਸਕੀ ਸਾਡੀ ਗੱਲ। ਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਉਪਰਾਲਾ ਕੀਤਾ ਤੇ ਸਾਨੂੰ ਬੜਾ ਮਤਲਬ ਕਿ ਦਿਲੋਂ ਹੋਇਆ ਕਿ ਯਾਰ ਕੋਈ ਤੇ ਹੈ ਜਿਹੜੀ ਸਾਡੀ ਵਰਗੀ ਸੋਚ ਨੌਜਵਾਨਾਂ ਦੀ ਕਿਸੇ ਸਾਡੇ ਵੱਡੇ ਭਰਾ ਅੰਮ੍ਰਿਤਪਾਲ ਦੇ ਵਿੱਚ ਇਹ ਆ ਰਹੀ ਹੈ। ਵੀਰ ਜੀ ਦੇਖੋ ਇੱਥੇ ਨਾ ਸਾਰਿਆਂ ਨੇ ਆਪਦੇ ਕਮੈਂਟਸ ਵੀ ਦੇ ਰਹੇ ਨੇ, ਜ਼ਰੂਰ ਪੜਾਂਗੇ। ਹਰਜੀਤ ਸਿੰਘ ਜੀ ਨੇ ਇੱਕ ਉਹ ਕਹਿ ਰਹੇ ਨੇ ਕਿ ਜੇਕਰ ਅਸੀਂ ਇਹਦੇ ਉੱਤੇ ਤੁਹਾਡੇ ਮਾਤਾ ਜੀ ਦੇ ਵਿਚਾਰ ਲਈਏ, ਕਿਉਂਕਿ ਉਹ ਵੀ ਬਿਰਧ ਨੇ, ਤੁਸੀਂ ਆਪਦੇ ਪਰਿਵਾਰ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਵੀਰ ਜੀ ਨੇ ਬਹੁਤ ਹੀ ਅੱਛਾ ਸਵਾਲ ਕੀਤਾ। ਮੈਂ ਬੇਲੀ ਚਰਾਨ ਅੱਪਰ ਬੇਲੀ ਚਰਾਨ ਤੋਂ ਬਿਲੋਂਗ ਕਰਦਾ, ਮੇਰਾ ਗੁਰਦੁਆਰਾ ਸਾਹਿਬ ਅੱਪਰ ਬੇਲੀ ਚਰਾਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਵੀਰ ਇਹ ਚੀਜ਼ ਮੈਨੂੰ ਸਵਾਲ ਪੁੱਛ ਰਹੇ ਨੇ, ਮੇਰੇ ਮਾਤਾ ਜੀ ਨੂੰ ਆ ਕੇ ਜ਼ਰੂਰ ਪੁੱਛਣ। ਮੇਰੀ ਮਾਤਾ ਜੀ ਨੂੰ ਡਿਸਕ ਦੀ ਪ੍ਰੋਬਲਮ ਹੈ, ਉਹ ਅੱਜ ਵੀ ਮੈਂ ਉਹਨਾਂ ਨੂੰ ਡਾਕਟਰ ਨੂੰ ਦਿਖਾ ਕੇ ਇੱਥੇ ਬਾਈਕ ਨੂੰ ਲੇਟ ਹੋ ਗਿਆ, ਮੈਂ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਹੈ ਔਰ ਅੱਜ ਵੀ ਉਹ ਗੁਰੂ ਘਰ ਦੇ ਵਿੱਚ ਜਾ ਕੇ ਥੱਲੇ ਹੀ ਬਹਿੰਦੇ ਨੇ। ਹਾਲਾਂਕਿ ਮੇਰੇ ਆਪਣੇ ਗੁਰਦੁਆਰਾ ਸਾਹਿਬ ਵੀ ਛਾਤੀ ਲੱਗੀ ਹੋਈ ਹੈ, 2 ਬੰਦਿਆਂ ਵਾਸਤੇ ਛਾਤੀ ਲੱਗੀ ਆ, ਤੇ ਉਹ ਉੱਥੇ ਵੀ ਮੇਰੀ ਮਾਤਾ ਜੀ ਥੱਲੇ ਹੀ ਬਹਿੰਦੇ ਨੇ। ਔਰ ਸਭ ਤੋਂ ਵੱਡੀ ਚੀਜ਼, ਮੇਰੇ ਘਰ ਜਿਹੜੇ ਸ਼ਾਮ ਨੂੰ PTC ਤੋਂ ਲਾਈਵ ਹੋਏਦਾ ਹੁੰਦਾ ਦਰਬਾਰ ਸਾਹਿਬ ਦਾ, ਮੇਰੀ ਮਾਤਾ ਜੀ ਉਹ ਅਰਦਾਸ ਵੀ ਥੱਲੇ ਮਤਲਬ ਕਿ ਪਾਠ ਵੀ ਥੱਲੇ ਬਹਿ ਕੇ ਸੁਣਦੇ ਨੇ ਰਾਤ ਦਾ, ਉਹਦੇ ਬਾਅਦ ਅਰਦਾਸ ਵੀ ਉੱਥੇ ਨੰਗੇ ਪੈਰ ਹੋ ਕੇ ਕਰਦੇ ਨੇ। ਮੈਂ ਜਿਹੜੀ ਆਪਣੀ ਜੋ ਉਹਨਾਂ ਦੀ ਸ਼ਰਧਾ, ਮਤਲਬ ਕਹਿੰਦੇ ਨੇ ਜਦੋਂ ਤੁਸੀਂ ਮੈਨੂੰ ਅੱਜ ਜਿਹੜੀ ਅਗਰ ਸੋਚ ਮਿਲੀ ਹੈ, ਮੈਨੂੰ ਮੇਰੇ ਵੱਡੇ ਬਜ਼ੁਰਗਾਂ ਕੋਲੋਂ ਮਿਲੀ ਹੈ, ਮੇਰੇ ਦਾਦਾ ਜੀ ਕੋਲੋਂ, ਮੇਰੇ ਮਾਤਾ ਜੀ ਕੋਲੋਂ, ਜਿਹੜੀ ਇਹਨਾਂ ਨੇ ਸਾਨੂੰ ਚੀਜ਼ਾਂ ਸਿਖਾਈ ਦੀਆਂ। ਤੇ ਹਰ ਇੱਕ ਬੰਦੇ ਦੇ ਮਤਭੇਦ ਹੋ ਸਕਦੇ ਨੇ। ਹਾਂ, ਕਈਆਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਕਿ ਯਾਰ ਜਿਹੜਾ VIP ਕਲਚਰ ਚੱਲਿਆ, ਉਹ VIP ਕਲਚਰ VIP ਏਰੀਆ ਤੋਂ ਹੀ ਸਟਾਰਟ ਹੁੰਦਾ, ਤੇ ਉਹ VIPs ਨੂੰ ਇਸ ਚੀਜ਼ ਦੀ ਪ੍ਰੋਬਲਮ ਹੋ ਸਕਦੀ ਹੈ ਯਾਰ, ਕਿ ਕਿਉਂਕਿ ਉਹਨਾਂ ਨੇ ਸਹੀ ਦੱਸੀਏ ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਉਹਨਾਂ ਨੂੰ ਹੀ ਆਉਂਦੀਆਂ ਨੇ ਕਿ ਥੱਲੇ ਨਹੀਂ ਬਹਿ ਸਕਦੇ। ਅੱਜ ਕੱਲ ਦੀ ਨਿਊ ਜਨਰੇਸ਼ਨ ਵੀ ਥੱਲੇ ਨਹੀਂ ਬਹਿ ਸਕਦੀ। ਤੁਸੀਂ ਬਾਕੀਆਂ ਦੀ ਕਿ ਅਸੀਂ ਆਪਣੇ ਤੇ ਵੀ ਲਾ ਲਈਏ, ਸਾਨੂੰ ਅਗਰ 2 ਘੰਟੇ ਕਿਸੇ ਜਗ੍ਹਾ ਬਹਿਣਾ ਪਏ ਤਾਂ ਸਾਡੀ ਵੀ ਸਾਈਡ ਚੇਂਜ ਹੋਣਾ ਸ਼ੁਰੂ ਹੋ ਜਾਂਦੀ ਹੈ। ਬਟ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜੀ ਆਪਣੀ ਰਾਤ ਮਰਿਆਦਾ, ਆਪਣਾ ਗੁਰੂ ਦਾ ਸਤਿਕਾਰ ਹੈ, ਉਹ ਨਾ ਭੁੱਲੀਏ। ਤੇ ਸਾਡੇ ਅਗਰ ਵੱਡੇ ਬਜ਼ੁਰਗ
ਸਾਡੇ ਕੋਲੋਂ ਜ਼ਿਆਦਾ ਸਿਆਣੇ ਨੇ ਉਹ ਕੋਸ਼ਿਸ਼ ਉਹ ਆਪੇ ਹੀ ਕਰਦੇ ਨੇ ਕਿ ਅਸੀਂ ਗੁਰੂ ਮਹਾਰਾਜ ਦਾ ਉਹਨਾਂ ਹੀ ਸਤਿਕਾਰ ਬਰਕਰਾਰ ਰੱਖੀਏ। ਹਾਂ, ਜਿਹੜੇ 90% 80% ਡਿਸੇਬਲ ਹਨ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹਨ, ਤੇ ਉਹਨਾਂ ਲਈ ਸ਼ੈਟੀ ਲਗਾਈ ਜਾਣ, ਪਰ ਗੁਰੂ ਘਰ ਦੇ ਮੇਨ ਡੋਰ ਤੋਂ ਬਾਹਰ ਲਗਾਈ ਜਾਣ, ਉਹਦਾ ਪ੍ਰਬੰਧ ਕੀਤਾ ਜਾਏ। ਵੀਰ ਜੀ ਇੱਥੇ ਨਾ ਜਤਿੰਦਰ ਸਿੰਘ ਵੀਰ ਜੀ ਕਹਿ ਰਹੇ ਨੇ ਕਿ ਕੁਰਸੀਆਂ ਸੈਟੀਆਂ ਗੁਰਮਤ ਦੇ ਉਲਟ ਨੇ, ਠੀਕ ਹੈ, ਕਹਿੰਦੇ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੇ ਲੱਗੇ ਬੋਰਡ ਨੇ ਜਿਹਦੇ ਵਿੱਚ ਸੰਗਰਾਂਦ, ਮੱਸਿਆ, ਪੂਰਨਮਾਸੀ ਇਹ ਡੇਟਸ ਲਿਖੀਆਂ ਹੁੰਦੀਆਂ ਨੇ, ਉਹਦਾ ਵੀ ਕੋਈ ਨਾ ਕੋਈ ਸਮਝਣਾ ਚਾਹੀਦਾ। ਨਾਲ ਸਿੱਖ ਧਰਮ ਦੇ ਦੂਰ ਦੂਰ ਤੱਕ ਕਹਿੰਦੇ ਸੰਬੰਧ ਨਹੀਂ ਹੈਗਾ। ਬਿਲਕੁਲ, ਬੜੀ ਸੋਹਣੀ ਗੱਲ ਕੀਤੀ ਹੈ। ਮੈਂ ਵੀਰ ਜੀ ਹੋਰਾਂ ਦਾ ਮੈਂ ਕਮੈਂਟਸ ਕੱਲ ਵੀ ਰੀਡ ਕੀਤਾ ਸੀ, ਉਹਨਾਂ ਨੇ ਕੱਲ ਵੀ ਸ਼ਾਇਦ ਇਹੀ ਕਮੈਂਟ ਲਿਖਿਆ ਸੀ। ਅਸੀਂ ਉਹਨਾਂ ਨੂੰ ਵੀਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਸ਼ੁਰੂਆਤ ਜਿਹੜੀ ਹੈ ਜੰਮੂ ਦੇ ਵਿੱਚ ਹੋ ਚੁੱਕੀ ਹੈ। ਸਾਡੀ ਜਿਹੜੀ ਹੋਂਦ ਦੇ ਵਿੱਚ ਇਸ ਟਾਈਮ ਡੀਜੀਪੀਸੀ ਦੇ ਉੱਪਰ ਵੀ ਵਾਦ ਵਿਵਾਦ ਖੜਾ ਹੋਇਆ। ਇੱਕ ਮੀਟਿੰਗ ਫਤਿਹ ਸਿੰਘ ਗੁਰਦੁਆਰੇ ਆਈ ਤੋਂ ਥੋੜੇ ਦਿਨ ਪਹਿਲੇ ਰੱਖੀ ਗਈ ਸੀ, ਉਹਦੇ ਵਿੱਚ ਵੀ ਕਿਸੇ ਸਾਡੇ ਵੱਡੇ ਬਜ਼ੁਰਗ ਵੀਰ ਅੰਕਲ ਨੇ ਇੱਕ ਗੱਲ ਕਹੀ ਆ ਕਿ ਤੁਸੀਂ ਜੀ ਸੰਗਰਾਂਦਾਂ ਵਾਲੇ ਪਾਸੇ ਕਿਉਂ ਜਾ ਰਹੇ ਹੋ, ਲੋਕਾਂ ਦੀ ਸ਼ਰਧਾ ਜੁੜੀ ਆ। ਤੇ ਸਾਡਾ ਮੇਨ ਜਿਹੜਾ ਸਾਡਾ ਮੋਟਿਵ ਹੈ ਉਹ ਇਹ ਹੈ ਕਿ ਸਾਡੇ ਗੁਰੂ ਰਾਤ ਮਰਿਆਦਾ ਤੋਂ ਸੰਗਰਾਂਦ ਪੂਰਨ ਫਿਰ ਭੋਗ ਪਾਏ ਜਾਂਦੇ ਨੇ, ਜਿਹੜੇ ਲੰਗਰ ਲਾਏ ਜਾਂਦੇ ਨੇ ਉਹ ਸਟੈਂਡਿੰਗ ਲੰਗਰ ਵੀ ਹੁੰਦੇ ਨੇ, ਸਾਡੇ ਆਪ ਦੇ ਵੀ ਹੁੰਦਾ ਹਨਾ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਈ ਵਾਰੀ ਆਪਾਂ ਦੇਖਦੇ ਹੈਗੇ ਆ। ਫਿਰ ਤੁਸੀਂ ਹਾਂ ਕਈ ਵਾਰੀ ਉਹ ਸਟੈਂਡਿੰਗ ਲੰਗਰ ਲਾਉਂਦੇ ਨੇ, ਫਿਰ ਉਸ ਸਟੈਂਡਿੰਗ ਲੰਗਰ ਦੇ ਵਿੱਚ ਤੇ ਪੰਗਤ ਦੇ ਵਿੱਚ ਬੈਠ ਕੇ ਜਿਹੜੀ ਲੰਗਰ ਛਕਾਇਆ ਜਾਂਦਾ ਵਾ, ਫਿਰ ਉਹਨੂੰ ਤੁਸੀਂ ਕਿਵੇਂ ਸੰਗਤ ਤੱਕ ਪਹੁੰਚਾਓਗੇ? ਕਿਉਂਕਿ ਕਈ ਵਾਰੀ ਹੁੰਦਾ, ਤੁਹਾਨੂੰ ਤੁਸੀਂ ਇੱਕ ਵਾਰੀ ਇਹ ਵਿਸ਼ਾ ਚੁੱਕਿਆ ਸੀਗਾ, ਫਿਰ ਤੁਸੀਂ ਕਿਹਾ ਆਫ ਕੈਮਰਾ ਗੱਲ ਕੀਤੀ ਆਪਾਂ ਵੀ, ਸਾਨੂੰ ਵੀ ਫੋਨ ਆਂਦੇ ਵੀ ਭਾਈ ਫਲਾਨੀ ਜਗ੍ਹਾ ਵੀ ਤੇ ਸਟੈਂਡਿੰਗ ਹੀ ਹੋਇਆ, ਫਿਰ ਤੁਸੀਂ ਉੱਥੇ ਕਿਵੇਂ ਡਿਸਕ੍ਰਾਈਬ ਕਰਦੇ ਹੋ ਉਸ ਚੀਜ਼ ਨੂੰ? ਮੈਂ ਇਸ ਦਾ ਜਵਾਬ ਦੇਣਾ ਚਾਹਾਂਗਾ ਰਮਨ ਜੀ। ਇਸ ਤਰ੍ਹਾਂ ਅੱਜ ਤੋਂ 2-3 ਸਾਲ ਪਹਿਲੇ ਸਾਡੇ ਜੰਮੂ ਸ਼ਹਿਰ ਵਿੱਚ 2 ਗੁਰਦੁਆਰੇ ਸਨ ਜਿੱਥੇ ਸਾਨੂੰ ਬੜੀ ਜ਼ਿਆਦਾ ਵੀਰਾਂ ਦੇ ਫੋਨ ਆਏ ਸਨ ਕਿ ਵੀਰ ਜੀ ਇੱਥੇ ਸਟੈਂਡਿੰਗ ਲੰਗਰ ਜਿਹੜੀ ਹੈ ਨਵੀਂ ਟ੍ਰੈਂਡ ਸ਼ੁਰੂ ਕੀਤਾ ਗਿਆ। ਇੱਕ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਸੀ ਤੇ ਇੱਕ ਸਾਨੀ ਕਲੋਨੀ ਦਾ ਸਿੰਘ ਸਭਾ ਗੁਰਦੁਆਰਾ ਸਾਹਿਬ ਸੀ। ਇਹਨਾਂ 2 ਗੁਰਦੁਆਰਿਆਂ ਵਿੱਚ ਸਟੈਂਡਿੰਗ ਲੰਗਰ ਔਰ ਕਈ ਐਸੇ ਕਾਰਜ ਹੋ ਜਾਂਦੇ ਨੇ, ਵਿਆਹ ਸ਼ਾਦੀ ਜਿਹਦੇ ਵਿੱਚ ਜਿਹੜੇ ਸਾਡੇ ਵੀਰ ਹਨ ਜਾਂ ਮੁੰਡਾ ਜਾਂ ਕੁੜੀ ਉਹ ਗੁਰਸਿੱਖ ਨਹੀਂ ਹੁੰਦੇ, ਕੇਸ ਕਤਲ ਕੀਤੇ ਹੋਏ ਹਨ, ਅੰਮ੍ਰਿਤਧਾਰੀ ਨਹੀਂ ਹਨ। ਅਸੀਂ ਇਹ ਮੁੱਦਾ ਚੁੱਕਿਆ ਸੀ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ 2-3 ਫੰਕਸ਼ਨ ਹੋਏ ਸਨ ਜਿਹਦੇ ਵਿੱਚ ਸਟੈਂਡਿੰਗ ਲੰਗਰ ਕੀਤਾ ਗਿਆ ਸੀ। ਅਸੀਂ 1-2 ਵਾਰ ਪਹਿਲੇ ਕਮੇਟੀ ਨੂੰ ਇੱਕ ਰਿਟਨ ਲੈਟਰ ਦਿੱਤੀ ਸੀ ਕਿ ਵੀਰ ਜੀ ਤੁਸੀਂ ਇਹਦੇ ਤੇ ਐਕਸ਼ਨ ਲਿੱਤਾ ਜਾਏ, ਸਟੈਂਡਿੰਗ ਲੰਗਰ ਬੰਦ ਕਰਵਾਇਆ। ਉਸ ਦੇ ਬਾਵਜੂਦ ਇੱਕ ਦਿਨ ਫਿਰ ਸਟੈਂਡਿੰਗ ਲੰਗਰ ਹੋਇਆ। ਉਹ ਸਟੈਂਡਿੰਗ ਲੰਗਰ ਨਹੀਂ ਸੀ, ਉਹਨੂੰ ਤੁਸੀਂ ਇੱਕ ਫੰਕਸ਼ਨ ਕਹਿ ਸਕਦੇ ਹੋ, ਜਾਂ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਵਿੱਚ ਹੁੰਦੇ ਨੇ ਇੱਕ ਪੂਰਾ ਅਰੇਂਜਮੈਂਟ ਕੀਤਾ ਸੀ, ਟੈਂਟ ਵਗੈਰਾ ਲੱਗੇ ਹੋਏ ਸਨ, ਡੈਕੋਰੇਸ਼ਨ ਹੋਈ ਸੀ ਔਰ ਬਕਾਇਦਾ ਟੇਬਲਸ ਔਰ ਚੇਅਰ ਲੱਗੀ ਹੋਈ ਹਨ। ਜਿਸ ਤਰ੍ਹਾਂ ਕਿ ਤੁਸੀਂ ਕਿਸੇ ਫੰਕਸ਼ਨ ਦੇ ਵਿੱਚ ਚਲੇ ਜਾਂਦੇ ਹੋ, ਰਾਤ ਨੂੰ ਮਹਿੰਦੀ ਵਾਲੇ ਦਿਨ ਹੁੰਦਾ ਨਾ, ਉਹ ਕਾਕਟੇਲ ਦੇ ਟਾਈਪ ਚੇਅਰਸ ਲਗਾਈ ਹੁੰਦੀ ਟੇਬਲ ਦੇ, ਹਾਂ ਗੋਲ ਉਹ ਲਗਾਇਆ ਹੋਇਆ ਸੀ। ਉਸਲੇ ਦੇਖ ਕੇ ਅਸੀਂ ਫਿਰ ਐਕਸ਼ਨ ਵਿੱਚ ਆਏ ਸਾਂ। ਸਾਡੇ ਕੁਝ 30-40 ਵੀਰ ਅਸੀਂ ਨਾਲ ਹੋ ਕੇ ਫਤਿਹ ਸਿੰਘ ਗੁਰਦੁਆਰੇ ਜਾ ਕੇ ਰਿਟਰਨ ਵੀ ਦਿੱਤਾ ਸੀ ਔਰ ਉਹਨਾਂ ਨੂੰ ਸਟ੍ਰਿਕਟਲੀ ਕਹਿਤਾ ਸੀ ਅਗਰ ਹੁਣ ਦੁਬਾਰਾ ਅਗਰ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਤੁਸੀਂ ਅਟੈਂਡ ਇੱਥੇ ਕਰਵਾਇਆ ਜਿਹਦੀ ਅਰਦਾਸ ਕੀਤੀ ਗਈ ਤੇ ਅਸੀਂ ਇਹ ਫਿਰ ਚੀਜ਼ ਬਰਦਾਸ਼ਤ ਨਹੀਂ ਕਰਾਂਗੇ। ਨਹੀਂ ਹੁਣ ਫਿਰ ਅਰਦਾਸ ਨਹੀਂ ਕੀਤੀ ਜਾਂਦੀ। ਹੁਣ ਕੀ ਹੁੰਦਾ, ਹੁਣ ਕਈ ਵੀਰ ਸਾਨੂੰ ਅੱਜ ਵੀ ਫੋਨ ਕਰਦੇ ਨੇ ਕਿ ਵੀਰ ਜੀ ਉੱਥੇ ਸਟੈਂਡਿੰਗ ਲੰਗਰ ਚੱਲ ਰਿਹਾ। ਮੈਂ ਉਹਨਾਂ ਨੂੰ ਥੋੜੀ ਜਿਹੀ ਕਲੀਅਰ ਕਰਦਾ ਕਿ ਹੁਣ ਉਹ ਸਟੈਂਡਿੰਗ ਲੰਗਰ ਨੂੰ ਉਹਨੂੰ ਲੰਗਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜਾ ਫੰਕਸ਼ਨ ਉਹਨਾਂ ਨੇ ਬਾਹਰ ਗਰਾਊਂਡ ਦੇ ਵਿੱਚੋਂ ਰੱਖਦੇ ਨੇ, ਟੈਂਟ ਵਗੈਰਾ ਲੱਗੇ ਦੇ ਹੁੰਦੇ ਨੇ ਜਾਂ ਕੁਛ, ਉਸ ਲੰਚ ਦੀ ਅਰਦਾਸ ਨਹੀਂ ਕੀਤੀ ਜਾਂਦੀ। ਅਸੀਂ ਇਸ ਨੂੰ ਅਰਦਾਸ ਲਈ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਦੇਖੋ ਅਸੀਂ ਹਰ ਚੀਜ਼ ਤੁਸੀਂ ਵਰਤਨ ਨੂੰ ਥਾਂ ਦਿੰਦੇ ਹੋ, ਵਰਤਨ ਨੂੰ ਥਾਂ ਦੇ ਰਹੇ ਹਾਂ ਉਹਨਾਂ ਨੂੰ ਕਿ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਔਰ ਉਹ ਪ੍ਰੋਗਰਾਮ ਥੱਲੇ ਲੰਗਰ ਹਾਲ ਤੇ ਵੀ ਨਹੀਂ ਹੁੰਦਾ ਉਹਨਾਂ ਦਾ। ਜਿਸ ਲੰਗਰ ਦੀ ਅਰਦਾਸ ਨਹੀਂ ਕੀਤੀ ਜਾਏਗੀ ਉਹ ਥੱਲੇ ਲੰਗਰ ਹਾਲ ਦੇ ਵਿੱਚ ਵੀ ਨਹੀਂ ਹੁੰਦਾ, ਉਹ ਬਾਹਰ ਹੀ ਹੁੰਦਾ। ਤੇ ਜਿਹੜਾ ਲੰਗਰ ਹਾਲ ਦੇ ਵਿੱਚ ਹੋਏਗਾ ਉਸ ਦੀ ਅਰਦਾਸ ਕੀਤੀ ਜਾਏਗੀ, ਕਿਉਂਕਿ ਉਹ ਪੰਗਤ ਚ ਬਹਿ ਕੇ ਛਕਿਆ ਜਾਵੇ। ਕਿਉਂਕਿ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ VIP ਕਲਚਰ ਸਟਾਰਟ ਕਰਤਾ। ਦੇਖੋ ਬਾਹਰਲੇ ਸ਼ਹਿਰਾਂ ਚ VIP ਕਲਚਰ ਆ, ਸ਼ਾਇਦ ਉੱਥੇ ਇੰਨੀ ਸਟੇਜ ਨਹੀਂ ਹੁੰਦੀ, ਉਹ ਇਹੋ ਜਿਹੇ ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਜਗ੍ਹਾ ਨਹੀਂ ਹੈ, ਉਹ ਕਿਸੇ ਹਾਲ ਦੇ ਵਿੱਚ ਕਰ ਲੈਂਦੇ ਨੇ ਜਾਂ ਕਿਸੇ ਜਗ੍ਹਾ ਕਰ ਲੈਂਦੇ ਨੇ। ਠੀਕ ਹੈ, ਅਸੀਂ ਉਹਨਾਂ ਨੂੰ ਇਹ ਚੀਜ਼ ਨਹੀਂ ਕਹਿੰਦੇ, ਬਟ ਸਾਡੀ ਜਿਹੜੀ ਮਰਿਆਦਾ ਹੈ, ਅਗਰ ਗੁਰੂ ਸਾਹਿਬ ਦੇ ਟਾਈਮ ਇੱਕ ਹਿੰਦੁਸਤਾਨ ਦਾ, ਦੇਸ਼ ਦਾ, ਭਾਰਤ ਦਾ ਉਸ ਟਾਈਮ ਦੇ ਇੱਕ ਬਾਦਸ਼ਾਹ, ਪਰ ਸਾਡੀ ਤਾਂ ਧਰਤੀ ਆ ਨਾ, ਇਹ ਧਰਤੀ ਆਪਾਂ ਸੰਗਤ ਦੇ ਵਿੱਚ ਬਹਿ ਕੇ ਅਕਬਰ ਅਗਰ ਸੰਗਤ ਦੇ ਵਿੱਚ ਬਹਿ ਕੇ ਲੰਗਰ ਛਕ ਸਕਦਾ ਹੈ ਤੇ ਸਾਡੇ ਵਾਲੇ ਨੂੰ ਇਸ ਚੀਜ਼ ਦੇ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਗੁਰੂ ਤੋਂ ਉੱਪਰ ਕੋਈ ਮਰਿਆਦਾ ਤੋਂ ਉੱਪਰ ਤੇ ਕਿਸੇ ਦਾ ਕੋਈ VIP ਨਹੀਂ ਹੋ ਸਕਦਾ, ਕੋਈ ਪੈਸੇ ਵਾਲਾ ਜਿੰਨਾ ਮਰਜ਼ੀ ਹੋਏ, ਬਟ ਗੁਰੂ ਦੇ ਰਾਤ ਮਰਿਆਦਾ ਤੋਂ ਤੇ ਜਾਂ ਸਿੱਖੀ ਸਿਧਾਂਤਾਂ ਦੇ ਉੱਪਰ ਨਹੀਂ। ਫਿਰ ਅਸੀਂ ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਬਦਲਣਾ ਨਹੀਂ, ਬਿਲਕੁਲ ਬਦਲਣਾ। ਅਸੀਂ ਇਹ ਸਟਾਰਟ ਕੀਤਾ ਸੀ, ਅਸੀਂ ਹੁਣ ਵੀ ਇਹਦੇ ਤੇ ਪੂਰਾ ਪਹਿਰਾ ਦੇ ਰਹੇ ਹਾਂ। ਬੜੀ ਸਾਰੀ ਐਸੀ ਜਗ੍ਹਾ, ਇੱਕ ਸੈਮੀ ਕਲੋਨੀ ਗੁਰਦੁਆਰੇ ਦੀ ਬੜੀ ਵਾਰ ਕੰਪਲੇਂਟ ਆਈ ਆ ਕਿ ਉੱਥੇ ਬੜੀ ਵਾਰ, ਇੱਕ ਵਾਰ ਸਾਡਾ ਵਾਦ ਵਿਵਾਦ ਵੀ ਹੋਇਆ, ਉਹਦੇ ਵਿੱਚ ਮੈਂ ਨਾਮ ਨਹੀਂ ਲਾਂਗਾ। ਇੱਕ ਸਾਡੇ ਐਡਵੋਕੇਟ ਸਾਹਿਬ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀ, ਜਿਹਦੇ ਵਿੱਚ ਜਿਹੜਾ ਮੁੰਡਾ ਸੀ ਉਹ ਕੇਸ ਕਤਲ ਕੀਤੇ ਹੋਏ ਸਨ, ਅੰਮ੍ਰਿਤਧਾਰੀ ਨਹੀਂ ਸੀ, ਸਿਰ ਤੇ ਦਸਤਾਰ ਸਜਾ ਕੇ ਤੇ ਉਹ ਲਾਵਾਂ ਫੇਰੇ ਕਰਨ ਆ ਗਏ ਸਨ ਤੇ ਅਸੀਂ ਉਸ ਨੂੰ ਰੋਕਿਆ ਸੀ ਉੱਥੇ।
ਉਸ ਦੇ ਵਿੱਚ ਸਾਡਾ ਸਭ ਤੋਂ ਵੱਡਾ ਸਾਥ ਦਿੱਤਾ ਸੀ ਉੱਥੇ ਦੇ ਜਿਹੜੇ ਰਾਗੀ ਸਿੰਘ ਸਨ। ਪਰ ਫਿਰ ਜੀ ਫਿਰ ਲੋਕ ਕਹਿ ਦਿੰਦੇ ਨੇ, ਮਤਲਬ ਫਿਰ ਜਿਹੜੇ ਤੁਹਾਨੂੰ ਵੀ ਆਬਜੈਕਸ਼ਨ ਤੁਹਾਡੇ ਤੇ ਵੀ ਹੁੰਦੀ ਹੋਣੀ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਚੀਜ਼ ਦਾ ਇੱਕ ਪੋਜ਼ਿਟਿਵ ਵੇ ਦੇ ਨਾਲ ਦੇਖ ਲਓ ਕਿ ਚਲੋ ਅਗਲਾ ਤੁਹਾਡੇ ਸਿੱਖੀ ਸਿਧਾਂਤਾਂ ਨੂੰ ਕੀ ਪਤਾ ਅਡਾਪਟ ਕਰਨ ਲੱਗਾ ਹੋਵੇ। ਅਡਾਪਟ ਕਰਨਾ ਤੇ ਫਿਰ ਤੁਸੀਂ ਸਿੱਖੀ ਸਰੂਪ ਵਿੱਚ ਅੰਮ੍ਰਿਤਧਾਰੀ ਹੋ ਕੇ ਅਡਾਪਟ ਕਰੋ ਨਾ। ਜਿਹੜੀ ਚੀਜ਼ ਨੂੰ ਅਗਰ ਤੁਸੀਂ ਸਟਾਰਟ ਕੀਤਾ ਤੇ ਉਹਨੂੰ ਤੁਸੀਂ 1-2 ਮਹੀਨੇ ਲੇਟ ਵੀ ਕਰ ਸਕਦੇ ਹੋ। ਦੇਖੋ ਸਾਡੇ ਰਾਤ ਮਰਿਆਦਾ ਆਖਦੀ ਹੈ ਕਿ ਜਿਹੜਾ ਆਨੰਦ ਕਾਰਜ ਦੇ ਵਿੱਚ ਜੋ ਸਾਡੀ ਪ੍ਰਥਾ ਹੈ, ਜੋ ਸਾਡਾ ਧਰਮ ਕਹਿੰਦਾ ਕਿ ਉਹ ਆਨੰਦ ਕਾਰਜ ਅੰਮ੍ਰਿਤਧਾਰੀ ਕੁੜੀ ਮੁੰਡਾ ਅੰਮ੍ਰਿਤਧਾਰੀ ਹੋਣੇ ਚਾਹੀਦੇ, ਠੀਕ ਹੈ, ਸਿੱਖੀ ਸਰੂਪ ਦੇ ਵਿੱਚ ਹੋਣੇ ਚਾਹੀਦੇ ਨੇ। ਬਟ ਜਿਸ ਬੰਦੇ ਕੋਲ ਸਿੱਖੀ ਸਰੂਪ ਹੀ ਨਹੀਂ ਹੈ, ਕਿ ਅੱਜ ਕਹਿੰਦੇ ਅੰਮ੍ਰਿਤਧਾਰੀ ਚਲੋ ਨਹੀਂ ਹੈ, ਮੰਨ ਲਿਆ ਕਿ ਚਲੋ ਅੰਮ੍ਰਿਤਧਾਰੀ ਨਹੀਂ ਹੈ, ਸਿੱਖੀ ਸਰੂਪ ਉਸ ਮੁੱਦੇ ਤੇ ਉਹਨਾਂ ਨੇ ਕਿਹਾ ਜੀ ਅਸੀਂ ਆਨੰਦ ਕਾਰਜ ਦੀ ਲਾਵਾਂ ਨਹੀਂ ਪੜਾਂਗੇ। ਤੇ ਉਸ ਦੇ ਬਾਅਦ ਉਹਨਾਂ ਨੇ ਸਾਡੇ ਤੇ ਬੜਾ ਪ੍ਰੈਸ਼ਰ ਪਾਇਆ। ਉਸੇ ਟਾਈਮ ਮੌਕੇ ਤੇ ਹੀ ਲਾਸਟ ਚੀਜ਼ ਕਿਉਂ ਉਹ ਹੋਇਆ ਕੀ ਸੀ, ਉਹ ਅਸੀਂ ਇਸ ਕਰਕੇ ਆਬਜੈਕਟ ਕੀਤਾ ਸੀ। ਉਹਨਾਂ ਨੇ 1 ਦਿਨ ਪਹਿਲੇ ਆਰਿਆ ਸਮਾਜ ਮੰਦਿਰ ਤੇ ਜਾ ਕੇ ਵਿਆਹ ਕਰਵਾ ਦਿੱਤਾ ਸੀ। ਉਸ ਦੇ ਬਾਅਦ ਉਹ ਨੈਕਸਟ ਡੇ ਗੁਰੂ ਘਰ ਦੇ ਵਿੱਚ ਆ ਕੇ ਲਾਵਾਂ ਕਰਵਾਉਣਾ ਆ ਗਏ ਜੀ। ਤੇ ਸਾਡਾ ਉਹ ਆਬਜੈਕਸ਼ਨ ਸੀ, ਅਗਰ ਤੁਸੀਂ ਉੱਥੇ ਕਰਵਾ ਦਿੱਤਾ ਫਿਰ ਤੁਹਾਡਾ ਇੱਥੇ ਨਹੀਂ ਬਣਦਾ ਜੀ। ਤੇ ਫਿਰ ਉਹ ਅਸੀਂ ਨਹੀਂ ਹੋਣ ਦਿੱਤਾ। ਉਹ ਫਿਰ ਉਹਨਾਂ ਨੇ ਮੇਰੇ ਖਿਆਲ ਨਾਲ ਉਹ ਗੁਰਦੁਆਰਾ ਉਹਨਾਂ ਨੇ ਮੇ ਵੀ ਕੋਈ ਕੈਂਪ ਵਾਲੀ ਸਾਈਡ ਜਾਂ ਕਿਸੇ ਹੋਰ ਜਗ੍ਹਾ ਜਾ ਕੇ ਉਹਨਾਂ ਨੇ ਔਨ ਸਪੌਟ ਉਹ ਫੇਰੇ ਕਰਵਾਏ ਸੀ। ਜਿਹੜੀ ਸਾਡੀ ਜਿੰਦੀ ਜ਼ਮੀਰ ਸਾਨੂੰ ਜੋ ਇਜਾਜ਼ਤ ਦਿੰਦੀ ਹੈ ਉਹ ਇਹੀ ਆ ਕਿ ਜਿੱਥੇ ਗਲਤ ਹੋ ਰਿਹਾ ਉੱਥੇ ਆਵਾਜ਼ ਤੇ ਚੁੱਕੋ। 10 ਬੰਦੇ ਅਗਰ ਤੁਹਾਡੇ ਫੇਵਰ ਚ ਆਣਗੇ ਜਾਂ ਤੁਹਾਨੂੰ ਗਲਤ ਕਹਿਣਗੇ ਕੋਈ ਗੱਲ ਨਹੀਂ, ਮਗਰ ਤੁਸੀਂ ਆਪਣੀ ਵੀ ਤੁਸੀਂ ਜਿਉਂਦਿਆਂ ਚ ਤਾਂ ਆਉਂਦੇ ਹੋ ਨਾ। ਹਾਂ, ਅਸੀਂ ਦੇਖੋ ਜਾਨ ਜਿਉਂਦਿਆਂ ਚ ਹੀ ਹੁੰਦੀ ਹੈ, ਮੁਰਦੇ ਤੇ ਮਰੇ ਪਏ ਹੁੰਦੇ ਤੇ ਅਸੀਂ ਮੁਰਦੇ ਨਹੀਂ ਬਣ ਕੇ ਰਹਿਣਾ। ਠੀਕ ਆ, ਲੋਕਾਂ ਦਾ ਕੰਮ ਹੈ ਗਾਲਾਂ ਕੱਢਣਾ। ਜੇ ਤੁਹਾਨੂੰ ਕੋਈ ਕ੍ਰਿਟਿਸਾਈਜ਼ ਕਰਦਾ ਤਾਂ ਕੋਈ ਸਿੱਖਣ ਨੂੰ ਮਿਲਦਾ ਵੀ ਚਲੋ ਅਸੀਂ ਬੋਲਦੇ ਤਾਂ ਹੈ। ਜਿਸ ਸਾਨੂੰ ਕੋਈ ਕ੍ਰਿਟਿਸਾਈਜ਼ ਕਰਦਾ ਨਾ, ਜਿਸ ਸਾਨੂੰ ਕੋਈ ਗਾਲਾਂ ਕੱਢਦਾ ਨਾ, ਸਾਨੂੰ ਹੋਰ ਮਜ਼ਾ ਆਉਂਦਾ ਕਿ ਯਾਰ ਠੀਕ ਅਸੀਂ ਕੁਝ ਅੱਛਾ ਕਰ ਰਹੇ ਹਾਂ। ਇਹ ਸਾਡੇ ਨੈਗੇਟਿਵ ਵਾਲੇ ਹਨ ਦੋ, ਉਹਨਾਂ ਨੂੰ ਦੇਖ ਕੇ ਸਾਨੂੰ ਹੋਰ ਕਰਨ ਦਾ ਮਨ ਕਰਦਾ ਕਿ ਨਹੀਂ ਹੁਣ ਹੋਰ ਅੱਗੇ ਵੱਧ ਕੇ ਕਰੀਏ। ਜਿਹੜੇ ਜਿਨ੍ਹਾਂ ਨੂੰ ਹੁੰਦੀ ਹੈ ਤਕਲੀਫ ਉਹਨਾਂ ਨੂੰ ਹੁੰਦੀ ਨਹੀਂ ਜੀ। ਵੀਰ ਜੀ ਨੌਜਵਾਨਾਂ ਜੀ ਜੀ ਇਹਦੇ ਵਿੱਚ ਹੀ ਕੁਝ ਐਡ ਅਪ ਕਰਨਾ ਜੀ। ਵੀਰ ਜੀ ਮਾਈਕ ਦੋਗੇ? ਹਾਂਜੀ, ਯੂਥ ਆ ਰਿਹਾ ਅੱਗੇ ਬੋਲਣ ਨੂੰ ਤੇ ਵਧੀਆ ਲੱਗਦਾ ਜਦੋਂ ਨੌਜਵਾਨ ਗੱਲ ਕਰਨ ਦੇ ਲਈ ਅੱਗੇ ਆਉਂਦੇ। ਜੀ ਵੀਰੇ ਕੀ ਕਹੋਗੇ? ਐਕਚੁਅਲੀ ਇਸੇ ਗੱਲ ਤੇ ਐਡ ਅਪ ਕਰਨਾ ਚਾਹਾਂਗਾ ਜਿਹੜਾ ਤੁਸੀਂ ਉਹਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਜੀ ਦਾ ਮੁੱਦਾ ਰੇਜ਼ ਕੀਤਾ ਗਿਆ ਸੀ, ਗੱਲ ਪੁੱਜ ਗਈ ਆਪਣੇ ਲੰਗਰਾਂ ਤੱਕ। ਤੇ ਮੈਂ ਇਹ ਕਹਿੰਦਾ ਕਿ ਹਰ ਘਰ ਵਿੱਚ, ਮੈਂ ਤਾਂ ਇਵਨ ਕੀ ਕਹਿੰਦਾ ਹਰ ਮਹੱਲੇ ਵਿੱਚ ਨਾ ਇੱਕ ਅੰਮ੍ਰਿਤਪਾਲ ਆਣਾ ਜ਼ਰੂਰੀ ਹੋ ਗਿਆ। ਸ਼ਾਇਦ ਉਹਦੀ ਕੁਝ ਨੈਗੇਟਿਵ ਸੋਚ ਵੀ ਹੋ ਸਕਦੀ ਹੈ, ਕੁਝ ਪੋਜ਼ਿਟਿਵ ਐਸਪੈਕਟਸ ਵੀ ਹਨ ਜਿਹੜੇ ਸਾਨੂੰ ਕੈਚ ਕਰਨੇ ਪੈਣਗੇ। ਜਿੱਦਾਂ ਕਿ ਤੁਸੀਂ ਹੁਣ ਗੱਲ ਕੀਤੀ ਆਪਣੇ ਜੋ ਸਟੂਲਸ ਵਗੈਰਾ ਬਾਹਰ ਗੁਰਦੁਆਰਾ ਸਾਹਿਬ ਤੋਂ ਕੀਤੇ ਗਏ, ਬੜਾ ਸਾਡੇ ਕੋਲ ਐਸੇ ਹਨ ਬਜ਼ੁਰਗ ਸ਼ਾਇਦ ਜਿਨ੍ਹਾਂ ਦੀ ਕੁਝ ਡਿਸੇਬਿਲਿਟੀ ਇਸ ਲੈਵਲ ਤੱਕ ਹੈ ਕਿ ਉਹ ਨਹੀਂ ਬੈਠ ਸਕਦੇ ਗਰਾਊਂਡ ਲੈਵਲ ਤੇ। ਉਹਨਾਂ ਦਾ ਇੱਕ ਅਰੇਂਜਮੈਂਟ ਪ੍ਰੋਪਰ ਕਰਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਟੀਵੀ ਸਕਰੀਨ ਜਾਂ ਕਿਸੇ ਵੀ ਰਾਹੀਂ ਜਾਂ ਰੇਡੀਓ ਜਾਂ ਕੁਝ ਕਿ ਗੁਰੂ ਘਰ ਨਾਲ ਜੁੜੇ ਰਹਿਣ, ਵੀ ਇਹ ਨਾ ਹੋਵੇ ਵੀ ਆ ਨਾ ਸਕਣ। ਛੋੜਨਾ ਨਹੀਂ ਅਸੀਂ ਜੋੜਨਾ। ਔਰ ਦੂਸਰੀ ਗੱਲ, ਜਿੱਥੇ ਦੀ ਬਜ਼ੁਰਗਾਂ ਦੀ ਗੱਲ ਹੈ, ਬਜ਼ੁਰਗ ਆਪਣਾ ਪਾਰਟ ਤੇ ਨਿਭਾ ਰਹੇ, ਚਾਹੇ ਉਹ ਸਟੂਲ ਤੇ ਬੈਠ ਕੇ ਨਿਭਾ ਰਹੇ, ਚਾਹੇ ਥੱਲੇ ਬੈਠ ਕੇ। ਗੱਲ ਆਉਂਦੀ ਹੈ ਨੌਜਵਾਨਾਂ ਦੀ ਜਿਹੜੇ ਕਿ ਅੱਜ ਟੁੱਟ ਰਹੇ ਨੇ। ਅੱਜ ਜਿਵੇਂ ਕਿ ਗੱਲ ਕਰੀਏ, ਵੀਰ ਨੇ ਕਿਹਾ ਕਿ ਮੈਰਿਜ ਜਿਹੜੀ ਹੋ ਰਹੀ ਹੈ ਅੱਜ ਅਸੀਂ ਦੇਖ ਰਹੇ ਹਾਂ ਕਿ ਸਿੱਖ ਮੁੰਡਾ ਹੋਵੇਗਾ ਤੇ ਕੁੜੀ ਸ਼ਾਇਦ ਕਿਸੇ ਹੋਰ ਧਰਮ ਤੋਂ ਬਿਲੋਂਗ ਕਰਦੀ ਹੋਵੇਗੀ, ਕੁੜੀ ਸਿੱਖਾਂ ਦੀ ਹੋਵੇਗੀ ਤੇ ਮੁੰਡਾ ਸ਼ਾਇਦ ਮੁਸਲਿਮ ਜਾਂ ਕੋਈ ਹੋਰ ਕਮਿਊਨਿਟੀ ਨੂੰ ਬਿਲੋਂਗ ਕਰੇਗਾ। ਅਸੀਂ ਕਿਸੇ ਪਾਰਟਿਕੂਲਰ ਕਮਿਊਨਿਟੀ ਨੂੰ ਕ੍ਰਿਟਿਸਾਈਜ਼ ਨਹੀਂ ਕਰਦੇ। ਖਾਮੀਆਂ ਸਾਡੇ ਆਪਣੇ ਘਰ ਦੇ ਵਿੱਚ ਨੇ, ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਜਦ ਅਸੀਂ ਉਂਗਲ ਇਸ ਵੇ ਨਾਲ ਕਰਾਂਗੇ ਤੇ 4 ਸਾਡੇ ਆਪਣੇ ਘਰ ਨੂੰ ਆਉਂਦੀਆਂ ਕਿ ਸਾਡੇ ਵਿੱਚ ਖਾਮੀ ਹੈ, ਸਾਡੇ ਮਾਪਿਓ ਦੇ ਸ਼ਾਇਦ ਜਿਹੜੀ ਉਹਨਾਂ ਦੀ ਟੀਚਿੰਗਸ ਹਨ ਉਹ ਕਿਤੇ ਕਮਜ਼ੋਰ ਪੈ ਗਈ ਹੈ। ਤੇ ਇੱਥੇ ਮੈਂ ਇੱਕ ਚੀਜ਼ ਐਡ ਅਪ ਕਰਨਾ ਚਾਹਾਂਗਾ, ਸਾਡੇ ਗੁਰਦੁਆਰੇ ਦੇ ਜਿੱਥੇ ਡੀਜੀਪੀਸੀ ਨੂੰ ਕੋਸਿਆ ਜਾਂਦਾ ਕਿ ਸਿੰਘ ਜਾਂ ਸਾਡੇ ਰਾਗੀ ਜਾਂ ਸਵੇਰ ਦੇ ਦੀਵਾਨ ਜਾਂ ਘਰਾਂ ਵਿੱਚ ਜਾ ਕੇ ਡਿਊਟੀ ਨਿਭਾ ਰਹੇ ਉਹਨਾਂ ਨੂੰ ਵੀ ਪਲੇ ਕਰਨਾ ਪਏਗਾ। ਇਹ ਜ਼ਿੰਮੇਵਾਰੀ ਹਰ ਇੱਕ ਨੂੰ ਆਪਣੇ ਐਂਡ ਤੇ ਲੈਣੀ ਪਏਗੀ ਸੋ ਦੈਟ ਕਿ ਇਹ ਚੀਜ਼ ਅੱਛੀ ਤਰ੍ਹਾਂ ਲੋਕਾਂ ਦੇ ਦਿਮਾਗ ਵਿੱਚ, ਜ਼ਿਹਨ ਵਿੱਚ ਅਸੀਂ ਬਿਠਾ ਸਕੀਏ। ਅਦਰਵਾਈਜ਼ ਅਸੀਂ ਇਹ ਐਲੀਗੇਸ਼ਨ ਗੇਮ ਰੇਜ਼ ਕਰਦੇ ਰਹਾਂਗੇ ਕਿ ਇਹਨਾਂ ਦੀ ਬਦੌਲਤ ਜਾਂ ਇਹਨਾਂ ਦੀ ਬਦੌਲਤ। ਬਟ ਇਹਦੇ ਵਾਸਤੇ ਸਾਨੂੰ ਟੀਚ ਆਪਣੇ ਘਰੋਂ ਸ਼ੁਰੂ ਕਰਨਾ ਪਏਗਾ ਔਰ ਬਕਾਇਦਾ ਉਹ ਸੋਚ ਜ਼ਰੂਰ ਬੱਚਿਆਂ ਤੱਕ ਪਹੁੰਚਾਓ। ਕਿਉਂਕਿ ਦੇਖਿਆ ਮੈਂ ਅੰਮ੍ਰਿਤਪਾਲ ਸਿੰਘ ਜੀ ਨੇ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਵੇਖੀਆਂ ਨੇ ਜਿਹਦੇ ਵਿੱਚ ਉਹ ਬਹੁਤ ਹੀ ਗੱਲ ਸਾਡੇ ਆਪਦੇ ਧਰਮ ਦੀ ਕਰ ਰਹੇ ਨੇ ਕਿ ਖਾਮੀਆਂ ਸਾਡੇ ਵਿੱਚ ਨੇ, ਹਨਾ, ਸਾਡੇ ਚਾਹੇ ਉਹ ਕਿਸੇ ਦੇ ਰੂਪ ਦੇ ਵਿੱਚ ਵੀ ਕਰਦੇ ਹੋਣ। ਤੁਹਾਨੂੰ ਕੀ ਲੱਗਦਾ ਉਹਨਾਂ ਤੋਂ ਵੀ ਉਹਨਾਂ ਦੀ ਗੱਲ ਜ਼ਿਆਦਾਤਰ ਇਸ ਪੱਖ ਦੇ ਵਿੱਚ ਹੁੰਦੀ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਸਾਡੇ ਕਿਸੇ ਧਰਮ ਨੂੰ ਮਾੜਾ ਨਾ ਕਹੋ, ਕਿਸੇ ਧਰਮ ਨੂੰ ਬੁਰਾ ਕਹਿਣ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ, ਪਰ ਤੁਸੀਂ ਆਪਦੇ ਧਰਮ ਦੇ ਆਪਦੇ ਘਰ ਦੀ ਗੱਲ ਤਾਂ ਕਰ ਹੀ ਸਕਦੇ ਹੋ। ਬਿਲਕੁਲ ਬਿਲਕੁਲ। ਦੇਖੋ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨੂੰ ਡਾਂਟਣ ਦਾ ਹੱਕ ਹਰ ਕਿਸੇ ਨੂੰ ਹੈ। ਸ਼ਾਇਦ ਅਸੀਂ ਅੱਜ ਥੋੜਾ ਜਿਹਾ ਰੁਕਦੇ ਹਾਂ ਇਸ ਚੀਜ਼ ਨੂੰ ਕਰਕੇ ਕਿ ਮੇਰੇ ਅਗਰ ਗੁਆਂਢ ਵਿੱਚ ਜਾਂ ਮੇਰੇ ਮਹੱਲੇ ਵਿੱਚ ਅਗਰ ਕੋਈ ਬੱਚਾ ਗਲਤ ਕਰੇ ਅਸੀਂ ਨਹੀਂ ਬੋਲਦੇ ਕਿਉਂਕਿ ਸਾਨੂੰ ਸ਼ਾਇਦ ਉਹ ਹੱਕ ਨਹੀਂ ਲੱਗਦਾ। ਬਟ ਜੇ ਅਸੀਂ ਹੱਕ ਰੱਖ ਕੇ ਸ਼ਾਇਦ ਤੋਂ ਥੋੜੀ ਜੀ ਇhtiyat ਵਰਤ ਕੇ ਪਿੱਛੇ ਹਟ ਜਾਏ। ਹੁਣ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਧਰਮ ਨੂੰ ਪਹਿਲੇ ਸਿੱਧਾ ਕਰੀਏ, ਅਸੀਂ ਆਪਣੇ ਘਰ ਨੂੰ ਪਹਿਲੇ ਇੱਕ ਐਕੂਰੇਸੀ ਵਿੱਚ ਲੈ ਕੇ ਆਈਏ ਸੋ ਦੈਟ ਕਿ ਅਸੀਂ ਜਦੋਂ ਆਪਣੇ ਆਪ ਵਿੱਚ ਸੈਟਲ ਹੋ ਜਾਾਂਗੇ ਨਾ, ਆਪਣੇ ਆਪ ਵਿੱਚ ਅਸੀਂ ਬਿਲਕੁਲ ਪਰਫੈਕਟ ਹੋ ਜਾਾਂਗੇ ਤੇ ਅਸੀਂ ਦੂਸਰੇ ਨੂੰ ਮੌਕਾ ਹੀ ਨਹੀਂ ਦੇਵਾਂਗੇ ਕਹਿਣ ਦਾ ਕਿ RSS ਸਾਡੇ ਵਿੱਚ ਇੰਟਰਫੇਅਰ ਕਰ ਰਹੀ ਹੈ ਜਾਂ ਈਸਾਈ ਧਰਮ ਸਾਡੇ ਵਿੱਚ ਇੰਟਰਫੇਅਰ, ਬਿਕਾਜ਼ ਅਸੀਂ ਆਪਣੀ ਜੜ੍ਹਾਂ ਕਮਜ਼ੋਰ ਕੀਤੀ ਦੀ। ਸਾਡੀ ਜੜ੍ਹਾਂ ਕਮਜ਼ੋਰ ਹਨ, ਪੱਖਵਾਦ ਇੰਨਾ ਜ਼ਿਆਦਾ, ਅਸੀਂ ਕਿਸੇ ਨੂੰ ਮੌਕਾ ਦੇ ਰਹੇ ਹਾਂ।
ਸਾਡੇ ਵਿੱਚ ਵੰਡਬਾਜ਼ੀਆਂ ਇੰਨੀ ਹੋ ਗਈਆਂ ਕਿ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ, ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋ ਕੇ ਰਹਿਣ ਦੀ ਗੱਲ ਕਰਦੇ, ਬਟ ਨਹੀਂ ਪੋਸੀਬਲ ਹੋ ਰਿਹਾ ਬਿਕਾਜ਼ ਆਫ ਕਿ ਅਸੀਂ ਆਪਣੇ ਆਪ ਵਿੱਚ ਕਮਜ਼ੋਰ ਆ ਅੱਜ ਦੀ ਡੇਟ ਵਿੱਚ। ਔਰ ਅਗਰ ਉਹਨੂੰ ਅੱਜ ਕੋਈ ਸਟਰੋਂਗ ਕਰ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਗਰ ਆਪਣਾ ਜੱਥਾ ਲੈ ਕੇ ਜਾਂ ਉਹਨਾਂ ਨਾਲ ਨੌਜਵਾਨ ਜੁੜ ਰਿਹਾ ਤੇ ਇਟਸ ਅ ਗੁੱਡ ਥਿੰਗ। ਮੈਂ ਕਹਿੰਦਾ ਕਿ ਆਣਾ ਚਾਹੀਦਾ ਔਰ ਇਹ ਲਹਿਰ ਹਰ ਖਾਲਸਾ ਵਹੀਰ ਬਾਰੇ ਕੀ ਸੋਚਦੇ ਹੋ? ਮੈਂ ਕਹਿੰਦਾ ਬਹੁਤ ਅੱਛਾ ਇਨੀਸ਼ੀਏਟਿਵ ਹੈ। ਮੈਂ ਤਾਂ ਈਵਨ ਕੀ ਸੋਚਦਾ ਕਿ ਉਹ ਵੈਲਕਮ ਇੱਥੇ ਵੀ ਆਣਾ ਚਾਹੀਦਾ ਕਿ ਉਹ ਵੈਸੀ ਇੱਕ ਜੋ ਪਲੇਟਫਾਰਮ ਉਹਨਾਂ ਨੇ ਅੱਜ ਰੇਜ਼ ਕੀਤਾ ਕਿ ਉਹ ਪਿੰਡਾਂ ਪਿੰਡ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਰਿਗਾਰਡਿੰਗ ਇੱਕ ਪੁਰਾਣੀ ਪਰੰਪਰਾ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਅੱਜ ਦੀ ਡੇਟ ਵਿੱਚ ਕਿ ਲੋਕ ਜਾਗਰੂਕ ਹੋ ਰਹੇ ਨੇ, ਅੰਮ੍ਰਿਤਪਾਨ ਕਰ ਰਹੇ ਨੇ, ਆਪਣੀ ਸਿੱਖੀ ਦੀ ਮਰਿਆਦਾ ਦੇ ਤਹਿਤ ਜਾ ਰਹੇ ਨੇ, ਉਹ ਸਿੱਖ ਰਹੇ ਨੇ। ਤੇ ਐਸੀ ਦੇਖੋ ਕਿ ਇਸ ਦੇ ਵਿੱਚ ਕੋਈ ਕੰਟਰੋਵਰਸ਼ੀਅਲ ਚੀਜ਼ ਨਹੀਂ ਹੈ। ਸ਼ਾਇਦ ਹੋ ਸਕਦਾ ਕੋਈ ਦੋ ਚਾਰ ਬੰਦੇ ਇਹਨੂੰ ਵੀ ਨੈਗੇਟਿਵ ਸੋਚ ਵਿੱਚ ਲੈਂਦੇ ਹੋਣਗੇ, ਦੇਖੋ ਜੀ ਇੱਕ ਅੱਜ ਕੱਲ ਦਾ ਮੁੰਡਾ ਉੱਠ ਕੇ ਆ ਗਿਆ, ਇਹਨੂੰ ਤੇ ਪਤਾ ਹੀ ਨਹੀਂ ਹੈ ਤੇ ਉਹ ਲੱਗਿਆ ਜੀ ਖਾਲਸਾ ਵਹੀਰ ਕਰਨ ਵੀ ਉਹ ਪਹਿਲਾਂ ਆਏ ਸੀ ਫਿਰ ਆਏ ਹੋ ਗਿਆ, ਪਹਿਲਾਂ ਆਇਆ ਤੇ ਫਿਰ ਗੁੰਮ ਹੋ ਗਿਆ ਤੇ ਫਿਰ ਆਇਆ। ਬਟ ਐਟਲੀਸਟ ਤੁਸੀਂ ਪੋਜ਼ਿਟਿਵ ਤੇ ਲੋ। ਮੈਂ ਕਹਿੰਦਾ ਅਗਰ ਉਹ ਚਲੇ ਵੀ ਜਾਏਗਾ ਬਟ ਤੁਸੀਂ ਉਸ ਚੀਜ਼ ਨੂੰ ਜਾਗਦਾ ਰੱਖੋ। ਅੱਜ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਖਾਲਸਾ ਸਾਡੇ ਵਿੱਚ ਨਹੀਂ ਹਨ ਬਟ ਉਹਨਾਂ ਦੀ ਹੋਂਦ ਅੱਜ ਵੀ ਸਾਡੇ ਵਿੱਚ ਹੈ। ਤੁਸੀਂ ਦੇਖੋ ਅੱਜ ਛੋਟੇ ਤੋਂ ਛੋਟਾ ਬੱਚਾ ਤੁਸੀਂ ਕਿਸੇ ਵੀ ਏਰੀਆ ਚਲੇ ਜਾਓ, ਸਿੱਖਾਂ ਦੀ ਗਾੜੀ ਚਲੇ ਜਾਓ ਤੇ ਤੁਹਾਨੂੰ ਬੱਚਿਆਂ ਦੀ ਟੀ-ਸ਼ਰਟਾਂ ਵੀ ਮਿਲਣਗੀਆਂ, ਉਹਨਾਂ ਦੀ ਸੋਚ ਵੀ ਮਿਲੇਗੀ। ਐਸਾ ਕੀ ਉਹਨਾਂ ਨੇ ਮਤਲਬ ਕਿ ਐਸਾ ਕਿਆ ਉਹਨਾਂ ਨੇ ਕਰ ਦਿੱਤਾ ਕਿ ਜਿਹਨਾਂ ਦੀ ਵਜ੍ਹਾ ਨਾਲ ਉਹਨਾਂ ਦੇ ਦਿਮਾਗ 'ਚ ਐਸੀ ਸੋਚ ਬੈਠ ਗਈ ਹੈ ਕਿ ਉਹਨਾਂ ਨੂੰ ਕੋਈ ਭੁੱਲ ਨਹੀਂ ਪਾ ਰਿਹਾ ਜਾਂ ਅੱਜ ਦਾ ਨੌਜਵਾਨ ਉਹਨਾਂ ਨੂੰ ਭੁੱਲ ਨਹੀਂ ਸਕਦਾ। ਐਸੀ ਸੋਚ ਸਾਨੂੰ ਲਿਆਣੀ ਪਏਗੀ, ਚਾਹੇ ਉਹ ਅੰਮ੍ਰਿਤਪਾਲ ਦੇ ਸ਼ਕਲ ਵਿੱਚ ਆਏ, ਚਾਹੇ ਉਹ ਗੁਰਜੀਤ ਸਿੰਘ ਵੀਰ ਦੀ ਸ਼ਕਲ ਵਿੱਚ ਆਏ, ਚਾਹੇ ਐਸੇ ਨੌਜਵਾਨ ਹੋ ਰਹਿਣ, ਬਟ ਸਾਨੂੰ ਐਕਸੈਪਟ ਕਰਨਾ ਪਏਗਾ। ਇਹ ਸੱਚ ਸਾਨੂੰ ਅੱਜ ਨਹੀਂ ਕੱਲ ਨਹੀਂ, ਅਗਰ ਆਉਣ ਵਾਲੇ ਸਾਲ ਵਿੱਚ ਵੀ ਅਗਰ ਐਕਸੈਪਟ ਕਰਨਾ ਪਏ ਸਾਨੂੰ ਕਰਨਾ ਪਏਗਾ। ਕਿਸੇ ਦੀ ਸ਼ਖਸੀਅਤ ਦੇ ਵਿੱਚੋਂ ਚੰਗੀ ਗੱਲ ਲੱਭਣੀ ਪੈਣੀ ਆ ਜਿਹੜੀ ਸਾਡੀ ਕੌਮ ਦੇ ਲਈ ਕੰਮ ਆ ਜਾਵੇ, ਹਨਾ। ਸਾਨੂੰ ਨੈਗੇਟਿਵ ਛੋੜਨਾ ਪਵੇਗਾ। ਔਰ ਇੱਥੇ ਮੈਨੂੰ ਵਧੀਆ ਲੱਗਿਆ ਵੀਰੇ ਯੂਥ ਅੱਗੇ ਆਇਆ ਗੱਲ ਕਰਨ ਦੇ ਲਈ, ਨੌਜਵਾਨ, ਕਿਉਂਕਿ ਇਸ ਸਮੇਂ ਨਾ ਸਾਡੀ ਕੌਮ ਦੀ ਲੋੜ ਆ, ਇਹ ਸਾਡੀ ਕੌਮ ਦੀ ਮੰਗ ਹੈ ਕਿ ਸਾਡਾ ਯੂਥ ਨਾ ਅਵੇਸਲਾ ਹੋਇਆ ਪਿਆ। ਫਿਰ ਅਸੀਂ ਗੱਲਾਂ ਸੁਣਦੇ ਆ ਬਾਹਰੋਂ ਵੀ ਦੇਖੋ ਨੌਜਵਾਨ ਕਿੱਧਰ ਨੂੰ ਜਾ ਰਹੇ ਆ, ਨੌਜਵਾਨਾਂ ਨੂੰ ਜੋੜਨ ਦਾ ਤਰੀਕਾ ਤਾਂ ਹੋਵੇ ਨਾ। ਸੋਚੋ ਤਾਂ ਸਹੀ ਨੌਜਵਾਨ ਚਾਹੁੰਦਾ ਕੀ ਆ। ਨੌਜਵਾਨ ਨੂੰ ਬੋਲਣ ਦੇ ਲਈ ਇੱਕ ਪਲੇਟਫਾਰਮ ਦਿਓ, ਨੌਜਵਾਨ ਦੀ ਗੱਲ ਨੂੰ ਤਵੱਜੋ ਦਿਓ, ਨੌਜਵਾਨ ਦੀ ਗੱਲ ਦੇ ਉੱਤੇ ਵੀ ਹਾਂ ਇਹ ਨਹੀਂ ਹੈ ਕਿ ਜੇ ਸਾਡੇ ਤੋਂ ਉਮਰ ਤੇ ਛੋਟਾ ਤੇ ਕੋਈ ਚੰਗੀ ਗੱਲ ਕਰ ਨਹੀਂ ਸਕਦਾ। ਤੇ ਹਾਂ ਬਿਲਕੁਲ ਸਾਡੇ ਨਾਲ ਵਿਪਨਪ੍ਰੀਤ ਕੌਰ ਜੁੜੇ ਨੇ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਵੱਡਾ ਨਹੀਂ ਹੁੰਦਾ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਚੇਅਰਸ ਨਹੀਂ ਲੱਗਣੀਆਂ ਹੋਣੀਆਂ ਚਾਹੀਦੀਆਂ। ਪਹਿਲੇ ਸਮੇਂ ਵਿੱਚ ਵੀ ਤਾਂ ਬਜ਼ੁਰਗ ਲੋਕ ਹੁੰਦੇ ਹੀ ਸੀਗੇ, ਉਹਨਾਂ ਨੂੰ ਵੀ ਫਿਜ਼ੀਕਲ ਪ੍ਰੋਬਲਮਸ ਹੁੰਦੀਆਂ ਸੀਗੀਆਂ। ਬੜੀ ਗੱਲ ਦੇਖੋ, ਮੈਂ ਤੁਹਾਨੂੰ ਕਹਿ ਰਿਹਾ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਬੜੀ ਐਜੂਕੇਟਿਡ ਜਨਰੇਸ਼ਨ ਆ, ਉਹ ਬੜਾ ਅੱਛਾ ਜਵਾਬ ਦਿੰਦੀ ਆ। ਉਹਨਾਂ ਨੂੰ ਵੀ ਇਹ ਚੀਜ਼ ਪਤਾ ਹੈ ਕਿ ਗੁਰੂ ਦੇ ਘਰ ਦੇ ਵਿੱਚ ਗੁਰੂ ਤੋਂ ਵੱਡਾ ਕੋਈ ਨਹੀਂ ਹੈ। ਔਰ ਅੱਜ ਅਸੀਂ ਫੈਸਿਲਿਟੀਜ਼ ਜ਼ਿਆਦਾ ਹੋ ਚੁੱਕੀਆਂ, ਸਾਨੂੰ ਟ੍ਰੀਟਮੈਂਟ ਬੜੀ ਅੱਛੀ ਮਿਲ ਚੁੱਕੀ ਹੈ। ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸਨ ਉਹ ਪਹਿਲੇ ਤੇ ਅੱਜ ਤੇ ਇੱਕ ਸਿਟੀ ਦੇ ਵਿੱਚ ਅਗਰ ਤੁਸੀਂ ਲਾ ਲਓ ਜਾਂ ਪਿੰਡਾਂ ਵਿੱਚ ਲਾ ਲਓ, ਹਰ 2 ਘਰ ਛੱਡ ਕੇ ਬਾਅਦ ਤੁਹਾਨੂੰ ਗੁਰੂ ਘਰ ਮਿਲ ਜਾਏਗਾ। ਪਹਿਲੇ ਤੇ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੁੰਦਾ ਸੀ ਤੇ ਜਿੱਥੋਂ ਸੰਗਤ ਬਜ਼ੁਰਗ ਚੱਲ ਕੇ ਆਉਂਦੇ ਹੁੰਦੇ ਸਨ ਉੱਥੇ ਤੱਕ। ਤੇ ਕਿਆ ਉਹਨਾਂ ਲਈ ਰੋਗ ਨਹੀਂ ਸਨ ਉਸਲੇ? ਰੋਗ ਉਸਲੇ ਵੀ ਸਨ। ਰੋਗ ਅੱਜ ਦੇ ਟਾਈਮ ਦੇ ਵਿੱਚ ਇੱਕ ਫੈਸਿਲਿਟੀਜ਼ ਨੂੰ ਤੁਸੀਂ ਬੜਾਵਾ ਦੇ ਰਹੇ ਹੋ, VIP ਕਲਚਰ ਨੂੰ ਬੜਾਵਾ ਦੇ ਰਹੇ ਹੋ, ਜਿਹਦੇ ਵਿੱਚ ਅਸੀਂ ਉਹ ਜੀ ਗੱਲ ਵੀਰ ਦੀ ਬੜੀ ਅੱਛੀ ਲੱਗੀ ਕਿ ਅਸੀਂ ਖੁਦ ਹੀ ਕਮਜ਼ੋਰ ਆ, ਅਸੀਂ ਖੁਦ ਹੀ ਸਭ ਨੂੰ ਗੱਲ ਕਰਨ ਦਾ ਮੌਕਾ ਦੇ ਰਹੇ ਹਾਂ। ਅਸੀਂ ਖੁਦ ਹੀ ਕਿਸੇ ਨੂੰ ਕਹਿ ਰਹੇ ਕਿ ਆਓ ਯਾਰ ਤੁਸੀਂ ਬੈਠੋ ਚੇਅਰ ਤੇ ਗੁਰੂ ਨੇ ਨਹੀਂ ਸਾਨੂੰ ਕਿਹਾ ਕਿ ਤੁਸੀਂ ਲਗਾ ਦਿਓ, ਇਹ ਤੇ ਅਸੀਂ ਆਪ ਲਗਾਈ। ਵੀਰੇ ਇੱਥੇ ਨਾ ਪਵਨਦੀਪ ਸਿੰਘ ਜੀ ਇੱਕ ਮੈਨੂੰ ਤੁਹਾਨੂੰ ਸਵਾਲ ਕਰ ਰਹੇ ਨੇ ਕਿ ਮਰਿਆਦਾ ਵਿੱਚ ਤਾਂ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਰਚਨਾ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਹੀ ਕੀਰਤਨ ਹੋ ਸਕਦਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਹੋਰ ਵੀ ਪ੍ਰੋਗਰਾਮਾਂ ਤੇ ਦਸਮ ਗ੍ਰੰਥ ਦੀ ਰਚਨਾ ਜੋ ਰਚਨਾਵਾਂ ਪੜ੍ਹ ਕੇ ਕੀਰਤਨ ਕੀਤਾ ਜਾਂਦਾ ਹੈ, ਕਿਉਂ? ਦੇਖੋ ਇਸ ਗੱਲ ਉੱਪਰ ਤੇ ਸਾਡੀ ਬਿਲਕੁਲ ਵੀ ਸਹਿਮਤੀ ਨਹੀਂ ਹੈ ਕਿ ਦੇਖੋ ਸਾਡਾ ਸਭ ਤੋਂ ਵੱਡਾ ਜਿਹੜਾ ਗ੍ਰੰਥ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਜੋ ਦਸਮ ਗ੍ਰੰਥ ਦੇ ਅਸੀਂ ਬਿਲਕੁਲ ਖਿਲਾਫਤ ਕੀਤੀ ਹੈ ਔਰ ਹਮੇਸ਼ਾ ਚੜ੍ਹਦੀ ਅੱਗੇ ਵੱਧ ਚੜ੍ਹ ਕੇ ਹੀ ਗੱਲ ਕੀਤੀ ਆ। ਅੱਜ ਤੋਂ ਤੁਹਾਨੂੰ ਇਸ ਚੀਜ਼ ਦੇ ਉੱਪਰ ਅਸੀਂ ਗੱਲ ਨਾਲ ਇੱਕ ਥੋੜਾ ਜਿਹਾ ਰੋਸ਼ਨੀ ਪਾ ਦਈਏ। ਅੱਜ ਤੋਂ 7 ਕਿ 8 ਸਾਲ ਪਹਿਲੇ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦਾ ਪ੍ਰੋਗਰਾਮ ਕੀਤਾ ਗਿਆ ਸੀ ਜੰਮੂ ਦੇ ਵਿੱਚ, ਤੇ ਜੰਮੂ ਦੇ ਵੱਲੋਂ ਕੋਈ 8-9 ਗੁਰਦੁਆਰਾ ਸਾਹਿਬ ਨੇ ਪਹਿਲੇ ਉਹਨਾਂ ਨੂੰ ਪ੍ਰੋਗਰਾਮ ਬੁੱਕ ਕਰ ਲਏ ਜੀ, ਤੇ ਉਸ ਦੇ ਉੱਪਰ ਐਡਮਿਨਿਸਟ੍ਰੇਸ਼ਨ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਗਿਆ ਕਿ ਉਹਨਾਂ ਗੁਰੂ ਘਰਾਂ ਦੇ ਵਿੱਚ 8 ਪ੍ਰੋਗਰਾਮਾਂ ਚੋਂ 6 ਪ੍ਰੋਗਰਾਮ ਔਨ ਸਪੌਟ ਕੈਂਸਲ ਹੋ ਗਏ ਇੱਕ ਦਿਨ ਦੇ ਅੰਦਰ। ਤੇ ਸਿਰਫ 2 ਹੀ ਪ੍ਰੋਗਰਾਮ ਹੋਏ ਸਨ। ਇੱਕ ਮੇਰੇ ਗੁਰਦੁਆਰੇ ਸਾਹਿਬ ਹੋਇਆ ਸੀ ਅਪਰ ਵੇਲੀ ਚਰਾਣਾ, ਉਹ 31 ਦਸੰਬਰ ਵਾਲੇ ਦਿਨ ਹੋਇਆ ਸੀ। ਦੂਸਰਾ ਪ੍ਰੋਗਰਾਮ ਆਪਣਾ ਨਾਨਕ ਨਗਰ ਗੁਰਦੁਆਰਾ ਸਾਹਿਬ ਵਿੱਚ ਗਾੜੀਗੜ੍ਹ ਗੁਰਦੁਆਰਾ ਸਾਹਿਬ ਵਿੱਚ ਹੋਇਆ ਸੀ। ਇਹ 2 ਹੀ ਪ੍ਰੋਗਰਾਮ ਹੋਏ ਸਨ। ਅਸੀਂ ਤੁਹਾਨੂੰ ਇਹੀ ਚੀਜ਼ ਦਾ ਜਵਾਬ ਦੇਣਾ ਚਾਹੁੰਦੇ ਹਾਂ, ਜਿਹੜੀ ਚੀਜ਼
ਅਸੀਂ ਜੋ ਸਾਡੇ ਸਿਧਾਂਤ ਨੂੰ ਮਿਲਾਵਟ ਕਰਨਾ ਚਾਹੁੰਦਾ, ਜੋ ਤੋੜਨਾ ਚਾਹੁੰਦਾ, ਜੋ ਚਾਹੁੰਦਾ ਕਿ ਸਾਡਾ ਯੂਥ, ਸਾਡਾ ਨਵੀਂ ਜਨਰੇਸ਼ਨ ਅਵੇਅਰ ਨਾ ਹੋਏ ਆਪਣੇ ਗ੍ਰੰਥਾਂ ਦੇ ਬਾਰੇ, ਆਪਣੇ ਧਰਮ ਦੇ ਬਾਰੇ, ਉਹ ਇਹ ਚੀਜ਼ ਕਰਵਾਉਂਦੇ ਹਨ ਕਿ ਦਸਮ ਗ੍ਰੰਥ ਨੂੰ ਮਾਨਤਾ ਦੇ ਰਹੇ ਨੇ, ਦਸਮ ਗ੍ਰੰਥ ਨੂੰ ਅੱਗੇ ਪ੍ਰਮੋਟ ਕਰ ਰਹੇ ਨੇ। ਸਾਡਾ ਦਸਮ ਗ੍ਰੰਥ ਨਾਲ ਕੋਈ ਵਿਵਾਦ ਨਹੀਂ ਹੈ, ਸਾਡਾ ਦਸਮ ਗ੍ਰੰਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਗੁਰੂ ਸਾਹਿਬ ਨੇ ਇੱਕ ਹੀ ਗ੍ਰੰਥ ਦਿੱਤਾ ਸੀ, ਗੁਰੂ ਗ੍ਰੰਥ ਸਾਹਿਬ। ਅਸੀਂ ਕਹਿੰਦੇ ਹਾਂ ਸਾਡਾ ਜੋ ਵੀ ਕੀਰਤਨ, ਜੋ ਵੀ ਸਾਡੀ ਰਾਗਮਾਲਾ ਜੇ ਵੀ ਹਨ, ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਨ। ਭਾਈ ਰਵਿਦਾਸ ਜੀ ਦੀ, ਭਾਈ ਗੁਰਦਾਸ ਜੀ ਦੀ, ਭਾਈ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਤੋਂ ਹਨ। ਅਸੀਂ ਉਸ ਦੀ ਵਿਚਾਰਧਾਰਾ ਦੇ ਲੈ ਕੇ ਹੀ ਚੱਲ ਰਹੇ ਹਾਂ। ਔਰ ਜਿੱਥੇ ਸਾਡੇ ਵੀਰਾਂ ਨੂੰ ਲੱਗਦਾ ਕਿ ਕਿਸੇ ਜਗ੍ਹਾ ਗਲਤ ਹੋ ਰਿਹਾ, ਅਸੀਂ ਇਹ ਵੀ ਕਹਾਂਗੇ ਜਾਂ ਤਾਂ ਵੀਰ ਆਪੇ ਵੀ ਸਾਡੇ ਨਾਲ ਆਣ ਜਾਂ ਸਾਡੇ ਤੱਕ ਇਨਫੋਰਮੇਸ਼ਨ ਦੇਣ। ਅਸੀਂ ਉੱਥੇ ਜ਼ਰੂਰ ਇਹ ਸਵਾਲ ਚੁੱਕਾਂਗੇ ਕਿ ਭਾਈ ਸਾਡੇ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬਾਂ ਤੇ ਇਹ ਦਸਮ ਗ੍ਰੰਥ ਦੀ ਕੋਈ ਵੀ ਬਾਣੀ ਨਾ ਪੜ੍ਹੀ ਜਾਏ। ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜੰਮੂ ਦੇ ਵਿੱਚ ਇਹ ਸਭ ਤੋਂ ਵੱਡਾ ਉਪਰਾਲਾ ਪੰਜਾਬ ਦੇ ਵਿੱਚ, ਤੇ ਚਲੋ ਅਸੀਂ ਫਿਰ ਕਹਿ ਸਕਦੇ ਹਾਂ ਵਾਦ ਵਿਵਾਦ ਬੜਾ ਜ਼ਿਆਦਾ ਹੈ ਇਸ ਚੀਜ਼ ਦੇ ਉੱਪਰ। ਜੰਮੂ ਦੇ ਵਿੱਚ ਇਸ ਚੀਜ਼ ਦੇ ਉੱਪਰ ਕੋਈ ਵਿਵਾਦ ਨਹੀਂ ਸੀ। ਥੋੜੀ ਦੇਰ ਪਹਿਲੇ, ਅੱਜ ਤੋਂ 4-5 ਸਾਲ ਪਹਿਲੇ, ਇਹਨਾਂ ਨੂੰ ਥੋੜਾ ਜਿਹਾ ਹੋਇਆ ਸੀ ਕਿ ਦਸਮ ਗ੍ਰੰਥ ਦੇ ਲਈ ਬੜੀ ਜ਼ਿਆਦਾ ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਵੱਲੋਂ, ਜਾਂ ਤੁਸੀਂ ਕਹਿ ਲਓ ਕਿ ਸ਼ਰਾਰਤੀ ਤੱਤਾਂ ਵੱਲੋਂ। ਬਟ ਅੱਜ ਦੀ ਡੇਟ ਦੇ ਵਿੱਚ, ਇਸ ਤੋਂ ਪਹਿਲੇ ਵੀ ਜਿਹੜੀ DGPC ਰਹੀ ਹੈ, ਉਸ ਟਾਈਮ ਦੇ ਵਿੱਚ ਵੀ ਅਸੀਂ ਕੁਛ ਦੇਖਿਆ ਨਹੀਂ ਹੈ ਕਿ ਕਿਸੇ ਨੇ ਇੰਨੀ ਵੱਡੀ ਜ਼ਰੂਰਤ ਕੀਤੀ ਹੋਏ ਕਿ ਦਸਮ ਗ੍ਰੰਥ ਨੂੰ ਬਾਣੀ ਪੜ੍ਹੀ ਹੋਏ ਇੰਨੀ ਵੱਡੀ ਸਟੇਜ ਤੋਂ। ਬਟ ਹੁਣ ਜਿਹੜੀ ਕਮੇਟੀ ਹੋਂਦ ਦੇ ਵਿੱਚ ਆ, ਤੇ ਮੈਂ ਸਾਰੇ ਹੀ ਵੀਰਾਂ ਨੂੰ, ਸਾਰੀ ਸੰਗਤ ਨੂੰ ਅਪੀਲ ਕਰ ਦਿੰਦਾ ਕਿ ਕੋਈ ਵੀ ਦਸਮ ਗ੍ਰੰਥ ਦੀ ਹੱਕ ਦੀ ਗੱਲ ਨਹੀਂ ਕਰਦੀ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਇਸ ਚੀਜ਼ ਤੋਂ ਡੋਲਦਾ, ਅਸੀਂ ਉਹਨਾਂ ਦੇ ਵੀ ਅਗੇਂਸਟ ਜਾ ਕੇ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ, ਉਹਨਾਂ ਦੇ ਵੀ ਖਿਲਾਫ ਜਾਵਾਂਗੇ। ਸਾਡੇ ਲਈ ਸਾਰੇ ਗੁਰੂ ਤੋਂ ਉੱਪਰ ਕੋਈ ਨਹੀਂ ਹੋ ਸਕਦਾ, ਚਾਹੇ ਉਹ ਕੋਈ ਵੀ ਹੋਏ, ਚਾਹੇ ਉਹ ਕਿਸੇ ਵੀ ਰਿਲੀਜੀਅਸ ਤੋਂ ਹੋਏ ਜਾਂ ਕਿਧਰੇ ਵੀ ਹੋ। ਕੋਈ ਸਾਡੇ ਗੁਰੂ ਧਰਮ ਉੱਪਰ ਗੱਲ ਕਰੇਗਾ, ਅਸੀਂ ਉਸਦੇ ਉੱਪਰ ਬਿਲਕੁਲ ਨਿਸ਼ਪੱਖ ਹੋ ਕੇ ਲੜਾਈ ਕਰਾਂਗੇ, ਸਵਾਲ ਪੁੱਛਾਂਗੇ ਔਰ ਅੱਗੇ ਵੱਧ ਚੜ ਕੇ ਆਪਣਾ ਜਿਹੜਾ ਯੋਗਦਾਨ ਬਣਦਾ, ਜੋ ਸਾਡਾ ਫਰਜ਼ ਹੈ ਸਾਡੇ ਗੁਰੂ ਪ੍ਰਤੀ, ਉਹ ਅਸੀਂ ਪੂਰੀ ਤਰ੍ਹਾਂ ਨਿਭਾਵਾਂਗੇ। ਜੀ ਵੀਰੇ, ਬਹੁਤ ਵਧੀਆ ਲੱਗਿਆ ਨੌਜਵਾਨਾਂ ਦੇ ਨਾਲ ਗੱਲ ਕਰਕੇ। ਤੁਸੀਂ ਹਰ ਇੱਕ ਗੱਲ ਦਾ ਜਵਾਬ ਵੀ ਜਿਹੜਾ ਦਿੱਤਾ, ਕਮੈਂਟਸ ਵੀ ਲਏ ਨੇ, ਔਰ ਮੈਨੂੰ ਲੱਗਦਾ ਜਿਨ੍ਹਾਂ ਦੇ ਵੱਲੋਂ ਕਮੈਂਟ ਕੀਤੇ ਗਏ, ਤੁਹਾਡੀ ਗੱਲ ਸੁਣ ਕੇ ਉਹਨਾਂ ਨੂੰ ਤਸੱਲੀ ਵੀ ਹੋਈ ਹੋਣੀ ਹੈ ਵੀ ਭਾਈ ਅਸੀਂ ਸਹੀ ਬੰਦੇ ਨੂੰ ਸਹੀ ਸਵਾਲ ਪੁੱਛਿਆ ਔਰ ਸਾਨੂੰ ਜਵਾਬ ਵੀ ਮਿਲਿਆ ਹੈਗਾ ਨਾ। ਮੈਂ ਇੱਕ ਬੇਨਤੀ ਕਰਨਾ ਚਾਹਾਂਗਾ, ਅਗਰ ਮੇਰੇ ਵੱਲੋਂ, ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਆ, ਠੀਕ ਹੈ, ਜਿੰਨੀ ਕੁ ਮੈਨੂੰ ਪ੍ਰਮਾਤਮਾ ਨੇ ਸਮਰਥ ਬਖਸ਼ੀ ਹੈ ਜਾਂ ਥੋੜਾ ਬਹੁਤ ਜੋ ਮੇਰੇ ਕੋਲ ਬੋਲਣ ਵਾਸਤੇ ਜਾਂ ਦੱਸਣ ਵਾਸਤੇ ਕੁਝ ਹੈ, ਜੋ ਮੇਰੀ ਵਿਚਾਰਧਾਰਾ, ਮੈਂ ਉਹੀ ਸਾਂਝਾ ਕੀਤੀ ਆ। ਅਗਰ ਉਸਦੇ ਬਾਅਦ ही मेरे मुंह तो अगर कुछ गलत निकल गया होगा तो मैं संगत को वो भी हाथ जोड़ के माफी मंगना कि मेरी भी किसी गल का बुरा ना मनिया जाए और ना ही कोई पर्सनल लिता जाए। जी बिल्कुल वीर जी, जेकर यूथ ਦੀਆਂ ਗੱਲਾਂ ਨੂੰ ਧਿਆਨ ਦਿੱਤਾ ਜਾਊਗਾ, यूथ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ, ਫੇਰ ਹੀ ਤਾਂ यूथ ਬੋਲੇਗਾ। ਭਾਵੇਂ ਸਹੀ ਬੋਲ ਰਹੇ ਨੇ, ਕੁਝ ਤਾਂ ਬੋਲ ਰਹੇ ਨੇ। ਮੈਂ ਉਹੀ ਕਹਿੰਦੀ ਨਾ ਕਿ ਗਿਣਤੀ ਆਪਦੀ ਜਿਉਂਦਿਆਂ ਚ ਕਰਾਓ। ਸਾਇਲੈਂਟ ਤੇ ਚੁੱਪ ਸਿਰਫ ਮੁਰਦੇ ਹੁੰਦੇ ਨੇ, ਜਿਉਂਦੇ ਉਹ ਹੁੰਦੇ ਨੇ ਜਿਹੜੇ ਆਪਦੀ ਗੱਲ ਨੂੰ ਰੱਖਣ ਦੀ ਜ਼ਰੂਰਤ ਕਰਦੇ ਹੋਣ। ਉਹਦਾ ਬਾਅਦ ਦੇ ਵਿੱਚ ਐਕਸ਼ਨ ਜਾਂ ਰਿਐਕਸ਼ਨ ਕੀ ਆਉਂਦਾ ਉਹ ਤਾਂ ਵਕਤ ਹੀ ਦੱਸਦਾ ਹੁੰਦਾ। ਬਹੁਤ ਬਹੁਤ ਧੰਨਵਾਦ ਵੀਰੇ ਗੱਲ ਕਰਨ ਦੇ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।